ਤੁਹਾਡੇ ਮੰਮੀ ਡੈਡੀ ਹੁਣਾਂ ਦੀ ਡੈਥ ਉਹ ਵੀ ਇੱਕ ਗੰਭੀਰ ਬਿਮਾਰੀਆਂ ਨਾਲ ਗਈ। ਉਸ ਤੋਂ ਬਾਅਦ ਜਿਹੜੀ ਬਿਮਾਰੀ ਫਿਰ ਤੁਹਾਡੇ ਤੇ ਇੱਦਾਂ ਦੀ ਸਿਚੁਏਸ਼ਨ ਆ ਗਈ ਸੀ ਕਿ ਡਾਕਟਰਾਂ ਨੇ ਤੁਹਾਨੂੰ ਇੱਕ ਡੈਡ ਕਰਾਰ ਦੇ ਦਿੱਤਾ ਗਿਆ ਸੀ। ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਇੱਕ ਬੰਦੇ ਦੇ ਹਿੱਸੇ ਹੀ ਜ਼ਿਆਦਾ ਸਟਰਗਲ ਆ ਜਾਂਦੀ ਹੈ ਮੈਕਸਿਮਮ। ਉਹ ਮੇਰੇ ਨਾਲ ਹੋਇਆ। ਮੈਂ ਇੱਕ ਲਾਈਨਾਂ ਲਿਖੀਆਂ ਸੀਗੀਆਂ ਕਿ ਰਿਸ ਦੇ ਜ਼ਖਮਾਂ ਨਾਲ ਵੀ ਤੁਰਨਾ ਆਉਂਦਾ ਹੈ, ਮੈਨੂੰ ਮੇਰੀ ਮਾਂ ਨੇ ਆਪਣੀ ਜੂਠ ਖਿਲਾਈ ਹੈ। ਪਰ ਮੈਂ ਟੁੱਟਿਆ ਉਦੋਂ ਆ ਜਦੋਂ ਮੇਰਾ ਬੇਟਾ 6 ਸਾਲ ਦਾ ਸੀਗਾ, ਜਦੋਂ ਇਹਨੂੰ ਥੋੜ੍ਹੀ ਪ੍ਰੋਬਲਮ ਆਉਣ ਲੱਗੀ। ਅਸੀਂ ਇਹਨੂੰ ਡਾਇਗਨੋਸ ਕਰਾਇਆ, ਦੇਖਿਆ ਤੇ ਇਹਨੂੰ ਇੱਕ ਰੇਅਰ ਡਿਜ਼ੀਜ਼ ਹੈਗਾ ਜਿਹੜਾ ਬਿਮਾਰੀ, ਉਹਨੂੰ ਮਸਕੂਲਰ ਡਿਸਟ੍ਰੋਫੀ ਕਹਿੰਦੇ ਆ। ਜਿਸ ਤਰ੍ਹਾਂ ਜੋਕਰ ਹੁੰਦਾ, ਆਪਾਂ ਕਹਿ ਸਕਦੇ ਕਿ ਜੋਕਰ ਜਿਹੜਾ ਆਪ ਚਾਹੇ ਉਹ ਜਿੰਨਾ ਮਰਜ਼ੀ ਦੁਖੀ ਹੋਵੇ ਪਰ ਉਹ ਲੋਕਾਂ ਨੂੰ ਹਸਾਉਂਦਾ ਆ, ਲੋਕਾਂ ਦਾ ਮਨੋਰੰਜਨ ਕਰਦਾ ਆ। ਉਹਦਾ ਆਪ ਇੱਕ ਹੈਂਡੀਕੈਪ ਹੁੰਦਾ ਹੋਇਆ, ਆਪਣੇ ਬੇਟੇ ਨੂੰ ਵੀਲ ਚੇਅਰ 'ਤੇ ਬਿਠਾ ਕੇ ਜਦੋਂ ਕਿਤੇ ਲੈ ਕੇ ਜਾਂਦਾ ਆ, ਦੈਨ ਇਹੋ ਜਿਹਾ ਸੀਨ ਹੁੰਦਾ ਜਾਂ ਸਿਨੈਰੀਓ ਇੱਦਾਂ ਦਾ ਆ ਕਿ ਉਹ ਕੋਈ ਆਮ ਇਨਸਾਨ ਦੇਖ ਨਹੀਂ ਸਕਦਾ। ਤੇਰੇ ਕੋਲ ਇਸ ਵੇਲੇ ਮੈਨੂੰ ਲੱਗਦਾ ਇਹ ਇੱਕ ਹੋਰ ਮੌਕਾ ਇਹੋ ਜਿਹਾ ਬਣਿਆ ਹੋਇਆ ਇਸ ਵੇਲੇ ਲਾਈਫ ਦੇ ਵਿੱਚ ਕਿ ਮੈਂ ਖੁਦ ਨੂੰ ਖਤਮ ਕਰਕੇ ਬਾਅਦ ਵਿੱਚ ਮੇਰੇ ਬੱਚਿਆਂ ਨੂੰ ਮੁਆਵਜ਼ਾ ਮਿਲ ਜਾਵੇ। ਜੈ ਗੁਰਦੇਵ ਜੈ ਭੀਮ। ਕੰਚ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਐਸਕੇ ਬੈਸ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਪਿਛਲੀ ਕਿਸ਼ਤ ਵਿੱਚ ਅਸੀਂ ਤੁਹਾਨੂੰ ਹੇਮਰਾਜ ਉਹਨਾਂ ਦੇ ਜਿਹੜੇ ਆਫਿਸ ਸੀਗੇ, ਜਿਹੜਾ ਐਜੂਕੇਸ਼ਨ ਸੈਂਟਰ ਹੈ ਉਹਨਾਂ ਦਾ, ਉੱਥੇ ਦੇ ਹਾਲਾਤ ਦਿਖਾਲੇ ਸਨ ਤੇ ਉਹਨਾਂ ਨਾਲ ਕੁਝ ਗੱਲਾਂ ਕੀਤੀਆਂ ਸਨ। ਸੋ ਤੁਹਾਨੂੰ ਜਿਹੜਾ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਉਹਨਾਂ ਦੇ ਘਰ ਵੀ ਜਾਵਾਂਗੇ ਤੇ ਘਰ ਦੇ ਹਾਲਾਤ ਦਿਖਾਵਾਂਗੇ ਤੇ ਜਿਹੜੀਆਂ ਪਰੇਸ਼ਾਨੀਆਂ ਨਾਲ ਉਹ ਜੂਝ ਰਹੇ ਆ ਉਹ ਵੀ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਵਾਂਗੇ। ਸੋ ਅੱਜ ਅਸੀਂ ਉਹਨਾਂ ਦੇ ਘਰ ਪਹੁੰਚ ਚੁੱਕੇ ਹਾਂ ਤੇ ਹੇਮਰਾਜ ਉਹਨਾਂ ਨਾਲ ਗੱਲਬਾਤ ਕਰਾਂਗੇ, ਕਿਉਂਕਿ ਫਿਰ ਮੈਂ ਉਹੀ ਗੱਲ ਕਹਿਣੀ ਚਾਹਾਂਗਾ ਕਿ ਇਹ ਜਿਹੜਾ ਸਾਡਾ ਮਕਸਦ ਆ ਇਹ ਸਿਰਫ ਤੇ ਸਿਰਫ ਇਸ ਕਰਕੇ ਦਿਖਾਉਣਾ ਹੈ ਕਿ ਜਿਹੜੇ ਲੋਕ ਦੁੱਖਾਂ ਤੋਂ ਡਰ ਕੇ ਜਿਹੜਾ ਪਿੱਛੇ ਨੂੰ ਹਟ ਕੇ ਬਹਿ ਜਾਂਦੇ ਆ, ਉਹਨਾਂ ਲਈ ਇੱਕ ਪ੍ਰੇਰਨਾ ਸਰੋਤ ਬਣੇ ਹੋਏ ਨੇ ਹੇਮਰਾਜ ਨੂੰ, ਜਿਨ੍ਹਾਂ ਨੇ ਲੱਖ ਔਕੜਾਂ ਜਿਹੜੀਆਂ ਝੱਲ ਕੇ ਇੰਨੀ ਮੰਨੀ ਅਤੇ ਆਪਣਾ ਜਿਹੜਾ ਮਕਸਦ ਸੀ ਜਾਂ ਆਪਣਾ ਜਿਹੜਾ ਇੱਕ ਮੋਟਿਵ ਲੈ ਕੇ ਤੁਰੇ ਸੀ ਉਹਦੇ ਵਿੱਚ ਅੱਗੇ ਤੋਂ ਅੱਗੇ ਵੱਧਦੇ ਗਏ। ਸੋ ਹੇਮਰਾਜ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਉਹਨਾਂ ਦੇ ਜਿਹੜੇ ਦਰਦ ਆ, ਜਿਹੜੇ ਆਪਣੇ ਅੰਦਰ ਜਿਹੜੇ ਛੁਪਾ ਕੇ ਬੈਠੇ ਆ, ਉਹ ਤੁਹਾਡੇ ਤੱਕ ਪਹੁੰਚਾਉਣ ਦੀ। ਸੋ ਹੇਮਰਾਜ ਹੁਣੀ ਸਾਡੇ ਨਾਲ ਨੇ। ਸਰ, ਇੱਕ ਵਾਰ ਫਿਰ ਤੋਂ ਕੰਚ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ ਬੈਂਸ ਸਾਹਿਬ, ਬਹੁਤ ਮਿਹਰਬਾਨੀ। ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ ਜੀ। ਸੋ ਸਰ, ਆਪਾਂ ਪਿਛਲੀ ਵਾਰੀ ਜਿਸ ਤਰ੍ਹਾਂ ਗੱਲ ਕੀਤੀ ਸੀ ਕਿ ਦਰਸ਼ਕਾਂ ਨੇ ਵੀ ਵਾਅਦਾ ਕੀਤਾ ਸੀ ਕਿ ਤੁਹਾਡਾ ਜਿਹੜਾ ਘਰ ਆ ਉਹ ਵੀ ਆਪਾਂ ਇਹਨੂੰ ਜ਼ਰੂਰ ਦਿਖਾਈਏ। ਸੋ ਦਰਸ਼ਕ ਜਿਹੜੀਆਂ ਤਸਵੀਰਾਂ ਉਹਦੇ ਵਿੱਚ ਦੇਖ ਸਕਦੇ ਆ ਕਿ ਵੀ ਘਰ ਦੇ ਹਾਲਾਤ ਕਿੱਦਾਂ ਦੇ ਨੇ, ਕਿਉਂਕਿ ਇੱਕ ਜਿਹੜਾ ਆਫਿਸ ਦਾ ਦੇਖ ਕੇ ਉਹਦੇ ਉੱਤੇ ਇਹੀ ਅੰਦਾਜ਼ਾ ਲਗਾ ਸਕਦੇ ਬਹੁਤ ਵੱਡੀ ਕੋਠੀ ਹੋਣੀ ਆ ਜਾਂ ਗੱਡੀਆਂ ਕਾਰਾਂ ਹੋਣੀਆਂ ਆ, ਪਰ ਉਹੀ ਜਿਹੜਾ 2 ਵੀਲਰ ਕਹਿ ਸਕਦੇ ਆ ਕਿ ਉਹਦੇ ਤੁਸੀਂ ਡਰਾਈਵ ਕਰਦੇ ਆ, ਆਉਂਦੇ ਜਾਂਦੇ ਹੋ। ਪਰ ਇੱਕ ਅੜੀ ਕਹਿ ਸਕਦੇ ਆ ਕਿ ਤੁਹਾਡੇ ਵਿੱਚ ਉਹ ਅੜੀ ਸੀਗੀ ਵੀ ਨਹੀਂ, ਮੈਂ ਇਸ ਸਿਸਟਮ ਦੇ ਇਹਨਾਂ ਮਾੜੇ ਹਾਲਾਤਾਂ ਦੇ ਖਿਲਾਫ ਲੜਾਈ ਲੜਨੀ ਆ। ਸੋ ਉਹਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਸਕਸੈਸਫੁਲ ਵੀ ਹੋਏ ਤੇ ਇਹੀ ਸਾਡਾ ਜਿਹੜਾ ਮੇਨ ਮਕਸਦ ਸੀਗਾ ਤੁਹਾਡੇ ਨਾਲ ਇਹ ਗੱਲਬਾਤ ਕਰਨ ਦਾ, ਜਾਂ ਤੁਹਾਨੂੰ ਇਹ ਜਿਹੜੇ ਸਾਡੇ ਸੰਗਤ ਆ ਉਹਨਾਂ ਦੇ ਰੂਬਰੂ ਕਰਨ ਦਾ, ਕਿਉਂਕਿ ਬਹੁਤ ਘੱਟ ਜਿਹੜੀਆਂ ਉਦਾਹਰਨਾਂ ਇੱਦਾਂ ਦੀਆਂ ਮਿਲਦੀਆਂ ਜਿਹੜੀਆਂ ਜਿੱਤੋਂ ਜਾਂ ਬੰਦਾ ਕੋਈ ਜਿਹੜਾ ਦੂਸਰਾ ਬੰਦਾ ਕੁਛ ਸਿੱਖ ਸਕਦਾ। ਮੈਨੂੰ ਲੱਗਦਾ ਕਿ ਤੁਹਾਡੀ ਜਿਹੜੀ ਜੀਵਨੀ ਇੱਦਾਂ ਦੀ ਹੈ ਉਹ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਆ। ਸਰ, ਗੱਲ ਕੀਤੀ ਸੀ ਵੀ ਆਪਾਂ ਜਿਹੜੇ ਹਾਲਾਤ ਸੀਗੇ ਘਰ ਦੇ ਹਾਲਾਤ ਦਰਸ਼ਕਾਂ ਨੇ ਤਸਵੀਰਾਂ ਵਿੱਚ ਦੇਖ ਲਏ। ਹੋਰ ਫੈਮਿਲੀ ਦੀ ਮੈਂ ਗੱਲ ਕਰਨੀ ਜ਼ਰੂਰ ਚਾਹਾਂਗਾ, ਕਿਉਂਕਿ ਆਪਾਂ ਐਵੇਂ ਪਿਛਲੀ ਵਾਰ ਵੀ ਦੱਸਿਆ ਕਿ ਕੋਈ ਹਾਲਾਤ ਤੁਹਾਡੇ ਇੱਦਾਂ ਦੇ ਕੁਛ ਕੁ ਬਣੇ ਸੀਗੇ, ਆਰਥਿਕ ਪੱਖੋਂ ਕਾਫੀ ਡਾਮਾਡੋਲ ਹੋ ਗਏ ਸੀਗੇ। ਸਕੂਲ ਦੀ ਤੁਸੀਂ ਗੱਲ ਕੀਤੀ ਕਿ ਸਕੂਲ ਖੋਲ੍ਹਿਆ ਤੇ ਉਹ ਬੰਦ ਹੋਇਆ, ਉਸ ਤੋਂ ਬਾਅਦ ਫਿਰ ਉਹੀ ਜਿਹੜੇ ਸਿਚੁਏਸ਼ਨ ਸੀਗੀ। ਪਹਿਲਾਂ ਗੱਲ ਆਪਾਂ ਕੀਤੀ ਕਿ ਤੁਹਾਡੇ ਪਰਿਵਾਰ ਵਿੱਚ ਤੁਹਾਡੇ ਮੰਮੀ ਡੈਡੀ ਹੁਣਾਂ ਦੀ ਡੈਥ ਉਹ ਵੀ ਇੱਕ ਗੰਭੀਰ ਬਿਮਾਰੀਆਂ ਨਾਲ ਗਈ। ਉਸ ਤੋਂ ਬਾਅਦ ਜਿਹੜੀ ਬਿਮਾਰੀ ਫਿਰ ਤੁਹਾਡੇ ਤੇ ਇੱਦਾਂ ਦੀ ਸਿਚੁਏਸ਼ਨ ਆ ਗਈ ਸੀ ਕਿ ਡਾਕਟਰਾਂ ਨੇ ਤੁਹਾਨੂੰ ਇੱਕ ਡੈਡ ਕਰਾਰ ਦੇ ਦਿੱਤਾ ਗਿਆ ਸੀ। ਉਸ ਸਿਚੁਏਸ਼ਨ ਵਿੱਚ ਤੁਸੀਂ ਨਿਕਲ ਕੇ ਗਏ ਤੇ ਅੱਗੇ ਜਾ ਕੇ ਜਿਹੜੀ ਬੱਚਾ ਆ ਤੁਹਾਡਾ ਉਹ ਵੀ ਕਿਤੇ ਨਾ ਕਿਤੇ ਇੱਕ ਜਿਹੜੀ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਆ। ਇੰਨੀਆਂ ਮੁਸ਼ਕਲਾਂ, ਇੰਨੇ ਹਾਲਾਤ, ਜਾਣੀ ਕਹਿਣ ਦਾ ਭਾਵ ਵੀ ਜਦੋਂ ਬੰਦਾ ਟੋਹ ਕੇ ਦੇਖਦਾ ਇੰਨੇ ਹਾਲਾਤ ਮਾੜੇ, ਪਰ ਫਿਰ ਵੀ ਇੱਕ ਚਿਹਰੇ ਤੇ ਜਿਹੜੀ ਇੱਕ ਖੁਸ਼ੀ ਆ ਉਹ ਹਮੇਸ਼ਾ ਲੈ ਕੇ ਬੱਚਿਆਂ ਵਿੱਚ ਜਾਣਾ, ਉੱਥੇ ਇੱਕ ਬੱਚਿਆਂ ਨੂੰ ਇੱਕ ਪੋਜ਼ਿਟਿਵਿਟੀ ਨਾਲ ਪੜ੍ਹਾਉਣਾ ਆ। ਕਿਵੇਂ ਹੈਂਡਲ ਕਰਦੇ ਹੋ ਤੇ ਜਿਹੜੀਆਂ ਟ੍ਰੈਜਡੀਆਂ ਦੀ ਗੱਲ ਕੀਤੀ ਇਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀਆਂ ਕਰਿਓ ਜੀ। ਇਸ ਤਰ੍ਹਾਂ ਸੀ ਬੈਂਸ ਸਾਹਿਬ, ਜਿਵੇਂ ਮੈਂ ਦੱਸਿਆ ਸੀ ਕਿ ਬ੍ਰੇਨ ਹੈਮਰੇਜ ਨਾਲ ਮਦਰ ਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਮੈਂ ਇੱਥੇ ਪਿੰਡ ਵਾਪਸ ਆ ਗਿਆ ਸੀਗਾ ਤੇ ਦੁਬਾਰਾ ਜੌਬ ਉਹੀ ਕਰਨ ਲੱਗ ਪਿਆ। ਉਸ ਤੋਂ ਬਾਅਦ ਫਿਰ ਥੋੜ੍ਹਾ ਟਾਈਮ ਮੈਂ ਦੁਬਾਰਾ ਰੀਸੈਟ ਲਾਈਫ ਨੂੰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਕੀ ਹੋਇਆ ਕਿ ਜਿੱਦਾਂ ਕਹਿੰਦੇ ਹੁੰਦੇ ਆ ਕਿ ਸਟਰਗਲ ਜਿਸ ਇਨਸਾਨ ਦੇ ਜ਼ਿਆਦਾ ਲਿਖੀ ਹੋਵੇ ਨਾ, ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਇੱਕ ਬੰਦੇ ਦੇ ਹਿੱਸੇ ਹੀ ਜ਼ਿਆਦਾ ਸਟਰਗਲ ਆ ਜਾਂਦੀ ਹੈ ਮੈਕਸਿਮਮ। ਉਹ ਮੇਰੇ ਨਾਲ ਹੋਇਆ। ਫਾਦਰ ਸਾਹਿਬ ਨੂੰ ਕੈਂਸਰ ਹੋ ਗਿਆ। ਜਦੋਂ ਮੈਂ ਥੋੜ੍ਹਾ ਜਿਹਾ ਐਡਜਸਟ ਹੋਇਆ ਲਾਈਫ ਦੇ ਵਿੱਚ, ਮੈਂ ਉਹਨੂੰ ਸੈੱਟ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਗਲੇ ਦਾ ਕੈਂਸਰ ਹੋ ਗਿਆ।
ਤੇ ਉਹ 3rd ਸਟੇਜ ਤੇ ਸੀ ਜਦੋਂ ਡਾਇਗਨੋਸ ਹੋਇਆ ਅਚਾਨਕ। ਤੇ ਉਹਨਾਂ ਨੇ ਦੱਸਿਆ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਡਾਕਟਰਾਂ ਨੇ ਕਿ 6 ਮਹੀਨੇ ਵੱਧ ਤੋਂ ਵੱਧ ਹੀ ਰਹਿ ਸਕਦੇ ਆ। ਫਿਰ ਉਹਨਾਂ ਦੇ ਟਰੀਟਮੈਂਟ ਲਈ ਹੁਣ ਜੇ ਉਹਨਾਂ ਨੇ 6 ਮਹੀਨੇ ਕਹਿ ਦਿੱਤਾ ਤਾਂ ਆਪਾਂ ਯਤਨ ਤਾਂ ਕਰਨਾ ਹੀ ਆ। ਟਰੀਟਮੈਂਟ ਲਈ ਮੈਂ ਬੜੇ ਐਫਰਟਸ ਕੀਤੇ ਵੀ ਚਲੋ ਮਦਰ ਨਹੀਂ ਰਹੇ ਹੈਗੇ ਤਾਂ ਫਾਦਰ ਸਾਹਿਬ ਰਹਿਣ। ਉਹਦੇ ਵਿੱਚ ਮੇਰੇ ਸਿਸਟਰ ਦੋਨੋਂ ਹੈਗੇ ਆ ਤੇ ਦੋਨੋਂ ਮੇਰੇ ਜੀਜਾ ਜੀ ਵੱਡੇ ਜਿਹੜੇ ਮੇਰੇ ਤੋਂ, ਉਹਨਾਂ ਨੇ ਵੀ ਸਾਰਿਆਂ ਨੇ ਰਲ ਕੇ ਸਾਥ ਦਿੱਤਾ ਕਿ ਅਸੀਂ ਆਪਣੇ ਫਾਦਰ ਸਾਹਿਬ ਨੂੰ ਕਿਸੇ ਤਰੀਕੇ ਬਚਾ ਸਕੀਏ। ਪਰ ਉਹ ਪੋਸੀਬਲ ਨਹੀਂ ਹੋ ਸਕਿਆ। ਅਸੀਂ ਜੋ ਉਹਨਾਂ ਲਈ ਕਰ ਸਕੇ ਕੀਤਾ। ਕਰਜ਼ਾ ਜਿਹੜਾ ਸੀਗਾ ਪਹਿਲਾਂ ਹੀ ਉਹ ਹੋਰ ਆਲਰੇਡੀ ਹੋਰ ਵੱਧ ਗਿਆ, ਬਾਵਜੂਦ ਉਸ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ 6 ਮੰਥ ਦੇ ਬਾਅਦ ਤਕਰੀਬਨ। ਬੜਾ ਦਰਦ ਹੰਢਾਇਆ ਉਹਨਾਂ ਨੇ। ਉਸ ਤੋਂ ਬਾਅਦ ਫਿਰ ਮੇਰੇ ਕੋਲ ਉਹੀ ਕੰਡੀਸ਼ਨ ਬਣ ਗਈ ਸੀ ਮੁੜ ਕੇ ਕਿ ਫਿਰ ਜ਼ਿੰਦਗੀ ਜਿਹੜੀ ਹੈਗੀ ਆ ਉਹਨੂੰ ਖ਼ਤਮ ਕਰ ਲਿਆ ਜਾਵੇ ਕਿ ਹੁਣ ਤਾਂ ਫਿਰ ਕੁਛ ਨਹੀਂ ਬਚਿਆ। ਬੇਟਾ ਮੇਰਾ ਸੀ ਉਸ ਵੇਲੇ, ਮੇਰਾ ਇਹ ਜਨਮ ਲੈ ਚੁੱਕਾ ਤੇ ਬੇਟੀ ਮੇਰੀ ਬਾਅਦ ਵਿੱਚ ਹੋਈ ਆ। 2 ਬੱਚੇ ਆ ਮੇਰੇ। ਉਸ ਤੋਂ ਬਾਅਦ ਫਿਰ ਮੈਂ ਦੁਬਾਰਾ ਦੇਖਿਆ ਵੀ ਨਹੀਂ ਇਹ ਤਾਂ ਫਿਰ ਕੋਈ ਹੱਲ ਨਹੀਂ ਬਣੂਗਾ। ਅੰਦਰੋਂ ਹੀ ਇਹ ਆਪਣੀ ਹਿੰਮਤ ਆਉਂਦੀ ਹੈ। ਅਸਲ ਵਿੱਚ ਅਸੀਂ ਨਾ ਕੰਡੀਸ਼ਨਸ ਤਾਂ ਬਹੁਤੇ ਲੋਕਾਂ 'ਤੇ ਇੱਦਾਂ ਦੀਆਂ ਆਉਂਦੀਆਂ, ਪਰ ਉਹਦੇ ਨਾਲ 2-4 ਹੋਣ ਦੇ ਲਈ ਜਿਹੜੀ ਹਿੰਮਤ ਉਹ ਵੀ ਕੁਦਰਤ ਸਾਨੂੰ ਦਿੰਦੀ ਆ। ਕੁਛ ਸਾਡੇ ਸੰਸਕਾਰ ਹੁੰਦੇ ਆ ਕਿ ਮੇਰੀ ਮਦਰ ਨੇ, ਹੈ ਨਾ, ਮੈਂ ਇੱਕ ਲਾਈਨਾਂ ਲਿਖੀਆਂ ਸੀਗੀਆਂ ਕਿ ਰਿਸ ਦੇ ਜ਼ਖਮਾਂ ਨਾਲ ਵੀ ਤੁਰਨਾ ਆਉਂਦਾ ਹੈ, ਮੈਨੂੰ ਮੇਰੀ ਮਾਂ ਨੇ ਆਪਣੀ ਜੂਠ ਖਿਲਾਈ ਹੈ। ਤੇ ਮੇਰੀ ਮਾਂ ਨੂੰ ਰਿਸ ਦੇ ਜ਼ਖਮਾਂ ਨਾਲ ਤੁਰਨਾ ਆਉਂਦਾ ਸੀਗਾ। ਉਹ ਕਿਤੇ ਨਾ ਕਿਤੇ ਮੈਨੂੰ ਆਪਣਾ ਉਹ ਆਸ਼ੀਰਵਾਦ ਦੇ ਕੇ ਗਏ ਆ ਤੇ ਮੈਂ ਉਹ ਰਿਸ ਦੇ ਜ਼ਖਮ ਲੈ ਕੇ ਤੁਰ ਰਿਹਾ। ਉਸ ਤੋਂ ਬਾਅਦ ਫਾਦਰ ਦੀ ਡੈਥ ਹੋਣ ਤੋਂ ਬਾਅਦ ਫਿਰ ਮੈਨੂੰ ਖੁਦ ਨੂੰ ਪ੍ਰੋਬਲਮ ਹੋ ਗਈ। ਮੇਰੀ ਪੇਟ ਦੇ ਵਿੱਚ ਥੋੜ੍ਹੀ ਪ੍ਰੋਬਲਮ ਚੱਲਦੀ ਰਹੀ। 3-4 ਸਾਲ ਟਰੀਟਮੈਂਟ ਚੱਲਿਆ ਤੇ 2017 ਦੇ ਵਿੱਚ ਮੈਂ ਖੁਦ ਬਿਮਾਰ ਹੋ ਗਿਆ ਸੀ ਬਹੁਤ ਜ਼ਿਆਦਾ। ਮੈਨੂੰ ਪੈਨਕ੍ਰੀਆਟਾਈਟਸ ਦਾ ਅਟੈਕ ਆਇਆ ਸੀਗਾ ਔਰ ਡਾਕਟਰਾਂ ਨੇ ਜਿਹੜਾ ਸੀ ਮੈਨੂੰ ਜਵਾਬ ਦਿੱਤਾ ਸੀ ਕਿ ਸਰਵਾਈਵ ਨਹੀਂ ਕਰ ਸਕਦੇ। ਕਾਫੀ ਸਟਰਗਲ ਕਰਨ ਤੋਂ ਬਾਅਦ, ਕਾਫੀ ਟਰੀਟਮੈਂਟ ਕਰਾਉਣ ਤੋਂ ਬਾਅਦ ਚਲੋ ਹਾਲੇ ਜ਼ਿੰਦਗੀ ਨਾਲ ਹੋਰ ਲੜਨਾ ਲਿਖਿਆ ਸੀਗਾ ਮੇਰੇ ਨਸੀਬ ਦੇ ਵਿੱਚ, ਸ਼ਾਇਦ ਕੁਛ ਕਰਨਾ ਬਾਕੀ ਸੀ। ਤੇ ਉਸ ਤੋਂ ਬਾਅਦ ਫਿਰ ਮੈਂ ਠੀਕ ਹੋ ਗਿਆ। 7-8 ਮਹੀਨੇ ਬੈੱਡ 'ਤੇ ਰਿਹਾ ਤੇ ਉਸ ਤੋਂ ਬਾਅਦ ਮੈਂ ਦੁਬਾਰਾ ਆਪਣੇ ਉਸੇ ਹੀ ਕੰਮ ਨੂੰ, ਜਿਹੜਾ ਮੇਰੇ ਕੋਲ ਛੋਟਾ ਜਿਹਾ ਇੰਸਟੀਚਿਊਟ ਮੈਂ ਆਪਣਾ ਖੋਲ੍ਹਿਆ ਹੋਇਆ ਸੀਗਾ ਇੱਥੇ ਆਪਣੇ ਸੰਧਵਾਂ ਪਿੰਡ ਦੇ ਵਿੱਚ, ਉਹਨੂੰ ਦੁਬਾਰਾ ਜਾ ਕੇ ਸਰਵਾਈਵ ਕਰਨ ਦੀ ਕੋਸ਼ਿਸ਼ ਕੀਤੀ। ਤੇ ਜੇ ਬਿਮਾਰੀਆਂ ਦੀ ਜਿਹੜੀ ਗੱਲ ਕਰਦੇ ਹਾਂ, ਮੈਂ ਟੁੱਟਿਆ ਉਦੋਂ ਆ, ਮੈਂ ਆਪਣੇ ਦੁੱਖ ਨੂੰ ਕਦੇ ਦੁੱਖ ਨਹੀਂ ਸੀ ਮੰਨਿਆ। ਜਦੋਂ ਮੈਨੂੰ ਪੋਲੀਓ ਦੀ ਪ੍ਰੋਬਲਮ 1 ਸਾਲ ਦੀ ਉਮਰ ਤੋਂ ਸੀ, ਮੈਂ ਤੁਹਾਨੂੰ ਦੱਸਿਆ। ਲੋਕ ਤਾਂ ਮੈਨੂੰ ਅਧੂਰਾ ਸਮਝਦੇ ਆ ਪਰ ਮੈਂ ਖੁਦ ਨੂੰ ਕਦੇ ਅਧੂਰਾ ਨਹੀਂ ਸਮਝਿਆ। ਮੈਨੂੰ ਤਾਂ ਇੱਦਾਂ ਲੱਗਦਾ ਕਿ ਇਨਸਾਨ ਦੀ ਸੋਚ ਜਿਹੜੀ ਆ ਉਹ ਨਹੀਂ ਅਧੂਰੀ ਹੋਣੀ ਚਾਹੀਦੀ। ਸੋਚ ਪੱਖੋਂ ਹੈਂਡੀਕੈਪ ਨਹੀਂ ਹੋਣਾ ਚਾਹੀਦਾ ਬੰਦਾ। ਫਿਜ਼ੀਕਲੀ ਤਾਂ ਪ੍ਰੋਬਲਮਾਂ ਚੱਲਦੀਆਂ ਰਹਿੰਦੀਆਂ। ਅੱਜ ਕੋਈ ਹਿਸਾਬ ਆਇਆ ਤਾਂ ਕੱਲ੍ਹ ਨੂੰ ਕਿਸੇ ਨਾਲ ਕੋਈ ਟ੍ਰੈਜਡੀ ਹੋ ਸਕਦੀ ਹੁੰਦੀ ਆ। ਇਹ ਕੁਦਰਤ ਵਾ। ਤੇ ਮੈਂ ਉਦੋਂ ਹਾਰ ਨਹੀਂ ਮੰਨੀ। ਜਿਹੜੀਆਂ ਪੇਰੈਂਟਸ ਨੂੰ ਬਿਮਾਰੀਆਂ ਨਾਲ ਡੈਥ ਹੋ ਗਈ, ਉਹ ਵੀ ਕੁਦਰਤ ਦਾ ਭਾਣਾ ਮੰਨ ਕੇ ਕਿਤੇ ਨਾ ਕਿਤੇ ਬੰਦਾ ਸਵੀਕਾਰ ਕਰ ਲੈਂਦਾ ਹੈ ਕਿ ਚਲੋ ਇੱਕ ਨਾ ਇੱਕ ਦਿਨ ਹਰ ਬੰਦੇ ਨੇ ਜਾਣਾ। ਪਰ ਮੈਂ ਟੁੱਟਿਆ ਉਦੋਂ ਆ ਜਦੋਂ ਮੇਰਾ ਬੇਟਾ 6 ਸਾਲ ਦਾ ਸੀਗਾ। ਜਦੋਂ ਇਹਨੂੰ ਥੋੜ੍ਹੀ ਪ੍ਰੋਬਲਮ ਆਉਣ ਲੱਗੀ, ਅਸੀਂ ਇਹਨੂੰ ਡਾਇਗਨੋਸ ਕਰਾਇਆ, ਦੇਖਿਆ ਤੇ ਇਹਨੂੰ ਇੱਕ ਰੇਅਰ ਡਿਜ਼ੀਜ਼ ਹੈਗਾ ਜਿਹੜਾ ਬਿਮਾਰੀ, ਉਹਨੂੰ ਮਸਕੂਲਰ ਡਿਸਟ੍ਰੋਫੀ ਕਹਿੰਦੇ ਆ। ਉਹ ਇਹਦੀ ਡਾਇਗਨੋਸ ਹੋਈ ਸੀ ਅੱਜ ਤੋਂ 9 ਸਾਲ ਪਹਿਲਾਂ। ਤੇ ਉਹਨਾਂ ਨੇ, ਡਾਕਟਰਸ ਨੇ ਮੈਨੂੰ ਇਹ ਦੱਸਿਆ ਸੀਗਾ ਕਿ ਜਿਵੇਂ ਬੱਚਾ ਤੁਹਾਡਾ ਵੱਡਾ ਹੋਊਗਾ ਇਹਦੀ ਜਿਹੜੀ ਵੀਕਨੈਸ ਉਹ ਵੱਧਦੀ ਜਾਣੀ ਆ। ਹੌਲੀ ਇਹਨੇ 12 ਸਾਲ ਦੀ ਉਮਰ 'ਤੇ ਇਹਨੇ ਵੀਲ ਚੇਅਰ 'ਤੇ ਆ ਜਾਣਾ ਆ। ਉਸ ਤੋਂ ਬਾਅਦ ਹੌਲੀ ਇਹਦੀ ਜਿਹੜੀ ਕੰਡੀਸ਼ਨ ਉਹ ਠੀਕ ਨਹੀਂ ਰਹਿਣੀ ਹੈਗੀ। ਤੇ ਮੈਨੂੰ ਲੱਗਿਆ ਸੀ ਇਸ ਤਰ੍ਹਾਂ ਦਾ ਕਿਹੜਾ ਡਿਜ਼ੀਜ਼ ਹੋ ਸਕਦਾ ਆ। ਹਾਲਾਂਕਿ ਮੈਂ ਮੈਡੀਕਲ ਦਾ ਟੀਚਰ ਵੀ ਸੀ, ਸਟੂਡੈਂਟ ਵੀ ਸੀ ਰਿਹਾ, ਤੇ ਪਰ ਮੇਰੀ ਨੌਲੇਜ ਵਿੱਚ ਨਹੀਂ ਸੀ। ਜਦੋਂ ਕਹਿੰਦੇ ਹੁੰਦੇ ਬਾਹ ਪੈਂਦਾ ਨਾ ਬੰਦੇ ਦਾ, ਉਦੋਂ ਪਤਾ ਲੱਗਦਾ। ਤੇ ਉਹ ਬੇਟਾ ਮੇਰਾ ਫਿਰ ਹੌਲੀ ਉਸੇ ਤਰੀਕੇ ਨਾਲ 6 ਕਲਾਸ ਤੱਕ ਸਕੂਲ ਗਿਆ। ਬਾਅਦ 'ਚ ਉਹਨੂੰ ਫਿਰ ਪ੍ਰੋਬਲਮ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ। ਤੇ ਅੱਜ ਮੇਰਾ ਬੇਟਾ 16 ਸਾਲ ਦਾ ਹੋਣ ਵਾਲਾ ਆ। ਉਹਨੂੰ ਮਸਕੂਲਰ ਡਿਸਟ੍ਰੋਫੀ ਨਾਂ ਦੀ ਬਿਮਾਰੀ ਆ ਤੇ ਉਹ ਇਸ ਵੇਲੇ ਬੈੱਡ 'ਤੇ ਆ। ਉਹਦੀ ਕੰਡੀਸ਼ਨ ਇਹ ਆ ਕਿ ਉਹ ਚੱਲ ਫਿਰ ਨਹੀਂ ਸਕਦਾ, ਆਪਣੇ ਆਪ ਉੱਠ ਕੇ ਬੈਠ ਨਹੀਂ ਸਕਦਾ। ਈਵਨ ਇੱਥੋਂ ਤੱਕ ਕਿ ਰਾਤ ਨੂੰ ਸੁੱਤਾ ਪਿਆ ਜਦੋਂ ਸਾਈਡ ਲੈਣੀ ਆ ਤਾਂ ਉਹ ਵੀ ਆਪਣੇ ਆਪ ਨਹੀਂ ਲੈ ਸਕਦਾ। ਉਹਦੇ ਮਦਰ ਜਾਂ ਮੈਂ, ਅਸੀਂ ਉਹਨੂੰ ਸਾਈਡ ਸੁੱਤੇ ਪਏ ਨੂੰ ਦਿਲਾਉਂਦੇ ਹਾਂ ਤੇ ਉਹਨੂੰ ਚੁੱਕ ਕੇ ਹੀ ਵਾਸ਼ਰੂਮ ਵਗੈਰਾ ਲੈ ਕੇ ਜਾਣਾ ਪੈਂਦਾ ਆ। ਤੇ ਹਾਈਟ ਦੇ ਵਿੱਚ ਨਾਰਮਲ ਬੱਚਿਆਂ ਵਾਂਗੂ ਆ, ਇੰਟੈਲੀਜੈਂਟ ਆ ਪੂਰਾ, ਪੜ੍ਹਾਈ 6 ਤੱਕ ਕੀਤੀ ਆ, ਪਰ ਉਹਦਾ ਜਿਹੜਾ ਹੈਗਾ ਮਾਈਂਡ ਹੈਗਾ ਉਹ ਬਹੁਤ ਜ਼ਿਆਦਾ ਡਿਵੈਲਪ ਹੈਗਾ ਆ ਤੇ ਆਮ ਬੱਚਿਆਂ ਨਾਲੋਂ ਜ਼ਿਆਦਾ ਕਿਤੇ ਕ੍ਰੀਏਟਿਵ ਹੈਗਾ ਆ। ਪਰ ਉਹ ਡਿਜ਼ੀਜ਼ ਇਹੋ ਜਿਹਾ ਕਿ ਜਿਹਦਾ ਟਰੀਟਮੈਂਟ ਨਹੀਂ ਹੈਗਾ ਕਿਤੇ ਵੀ। ਮੇਰੇ ਕੋਲ ਜਿੰਨੇ ਕੁ ਐਫਰਟ ਸੀਗੇ ਜਾਂ ਜੋ ਮੈਂ ਕਰ ਸਕਦਾ ਸੀ, ਬੀਇੰਗ ਅ ਫਾਦਰ, ਹਰ ਮਾਂ-ਬਾਪ ਆਪਣੇ ਬੱਚੇ ਲਈ ਕਰਦਾ ਆ ਜੇ ਉਹਨੂੰ ਕੋਈ ਦੁੱਖ ਤਕਲੀਫ ਆ ਜਾਂਦੀ ਆ। ਬੀਇੰਗ ਅ ਫਾਦਰ ਮੈਂ ਆਪਣੇ ਬੱਚੇ ਨਾਲੇ ਪ੍ਰੋਮਿਸ ਕੀਤਾ ਸੀ ਕਿ ਬੇਟਾ ਇੱਕ ਜਿਹੜਾ ਬਾਪ ਹੁੰਦਾ ਆ ਉਹ ਹਰ ਹੱਦ ਤੱਕ ਜਾਂਦਾ ਆਪਣੇ ਬੱਚੇ ਲਈ। ਮੈਂ 2 ਕਦਮ ਅੱਗੇ ਜਾਊਂਗਾ ਉਸ ਹੱਦ ਤੋਂ, ਜਿਹੜੀ ਵੀ ਮੈਨੂੰ ਮਿਲੂਗੀ। ਮੈਂ ਆਪਣੇ ਬੇਟੇ ਨਾਲ ਪ੍ਰੋਮਿਸ ਕੀਤਾ ਹੋਇਆ ਤੇ ਹੁਣ ਵੀ ਮੈਂ ਯਤਨ ਕਰ ਰਿਹਾ ਕਿ ਉਹਦੇ ਲਈ ਕੁਛ ਇਸ ਤਰ੍ਹਾਂ ਕਰ ਸਕਾਂ ਕਿ ਉਹ ਠੀਕ ਰਵੇ, ਉਹਦੇ ਲਈ ਕੁਛ ਅੱਛਾ ਕਰ ਸਕਾਂ। ਇਸ ਤਰ੍ਹਾਂ ਬਿਮਾਰੀਆਂ ਨੇ, ਮੁਸੀਬਤਾਵਾਂ ਜਿਹੜੀਆਂ ਸੀਗੀਆਂ, ਮੁਸੀਬਤਾਂ ਇਹਨਾਂ ਨੇ ਜਕੜ ਰੱਖਿਆ। ਇੱਕ ਪਲ ਲਈ ਵੀ ਮੈਨੂੰ ਛੱਡਿਆ ਨਹੀਂ। ਇੱਕ ਹੁੰਦਾ ਕਿ ਤੁਸੀਂ ਥੋੜ੍ਹਾ ਟਾਈਮ, ਕੋਈ ਚੰਗਾ ਸਾਲ 6 ਮਹੀਨੇ ਆਪਣੀ ਲਾਈਫ 'ਚ ਦੇਖੇ ਹੋਣਗੇ ਚੰਗੇ, ਇੱਦਾਂ ਮੇਰੇ ਨਾਲ ਹੋ ਨਹੀਂ ਸਕੀ। ਮੇਰੀ 40 ਸਾਲ ਦੀ ਏਜ ਹੋ ਗਈ ਆ। ਇਹਦੇ ਵਿੱਚ ਮੈਂ ਪਹਿਲੇ ਦਿਨ ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਦਰਦ ਹੰਢਾਏ ਆ ਔਰ ਹੁਣ ਤਾਂ ਇੱਦਾਂ ਹੁੰਦਾ ਕਿ ਦਰਦ ਵਿੱਚ ਵੀ ਸਕੂਨ ਆਉਣ ਲੱਗ ਪਿਆ। ਤੇ ਇਹ ਜਿਹੜੀ ਬੇਟੇ ਦੀ ਡਿਜ਼ੀਜ਼ ਹੈਗੀ ਉਹਨੇ ਥੋੜ੍ਹਾ ਜਿਹਾ ਮੈਨੂੰ ਜ਼ਿਆਦਾ ਤੋੜ ਦਿੱਤਾ, ਪਰ ਬਾਵਜੂਦ ਉਸਦੇ ਜ਼ਿੰਦਗੀ ਨੂੰ ਪਿਆਰ ਕਰਦਾ, ਗਲ ਲਾ ਕੇ ਰੱਖਦਾ ਹਾਂ ਔਰ ਕੋਸ਼ਿਸ਼ ਕਰਦਾ ਹਾਂ ਕਿ ਆਪਣਿਆਂ ਦੇ ਕੰਮ ਆਉਂਦਾ ਰਹਾਂ, ਆਪਣੇ ਸਮਾਜ ਦੇ ਲਈ ਕੁਛ ਕਰ ਸਕਾਂ
ਤੇ ਇਹੀ ਜਜ਼ਬਾ ਹੈ ਜਿਹੜਾ ਸ਼ਾਇਦ ਜੀਣ ਲਾ ਰੱਖਿਆ ਜਿਹਨੇ ਮੈਨੂੰ। ਕ੍ਰੀਏਟਿਵ ਬਹੁਤ ਆ ਬੇਟਾ ਮੇਰਾ, 6th ਕਲਾਸ ਤੱਕ ਫਸਟ ਆਉਂਦਾ ਰਿਹਾ ਸਕੂਲ ਦੇ ਵਿੱਚੋਂ। ਜਦੋਂ ਫਿਰ ਇਹਦਾ ਤੁਰਨਾ ਬੰਦ ਹੋ ਗਿਆ, ਫਿਰ ਸਾਨੂੰ ਡਾਕਟਰਸ ਨੇ ਕਿਹਾ ਕਿ ਤੁਸੀਂ ਇਹਨੂੰ ਨਾ ਭੇਜੋ, ਇਹਦੇ ਸੱਟ ਚੋਟ ਲੱਗ ਸਕਦੀ ਹੈ, ਡਿੱਗ ਪੈਂਦਾ ਸੀ, ਤੇ ਇਹਨੂੰ ਤੁਸੀਂ ਅੱਛਾ ਜੀਵਨ ਦਿਓ ਘਰ ਦੇ ਵਿੱਚ। ਫਿਰ ਇਹ ਇੰਟੈਲੀਜੈਂਟ ਹੈ, ਇਹਨੂੰ ਇੱਦਾਂ ਲੱਗਿਆ ਕਿ ਮੈਨੂੰ ਵੀ ਇਹ ਲੱਗਿਆ ਸੀਗਾ ਕਿ ਇਹਦੇ ਕਮਰਾ ਹੀ ਇੱਕ ਇਹਦੀ ਦੁਨੀਆ ਹੈ, ਉਸ ਰੂਮ ਦੇ ਵਿੱਚ ਰਹਿਣਾ, ਉਹੀ ਦੀਵਾਰਾਂ, ਉਹੀ ਸਾਰਾ ਕੁਛ, ਤੇ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਫੈਡ ਅਪ ਨਾ ਹੋ ਜਾਵੇ ਲਾਈਫ ਤੋਂ। ਜਦੋਂ ਆਪਾਂ ਇਸ ਕੰਡੀਸ਼ਨ 'ਚ ਹੁੰਦੇ ਆ ਨਾ ਬੈਂਸ ਸਾਹਿਬ, ਸਾਨੂੰ ਪੋਜ਼ਿਟਿਵਿਟੀ ਬਹੁਤ ਰੱਖਣੀ ਪੈਂਦੀ ਆ। ਜੇ ਆਪਾਂ ਖੁਦ ਪੋਜ਼ਿਟਿਵ ਹੋਵਾਂਗੇ ਤਾਂ ਆਪਾਂ ਪੇਸ਼ੈਂਟ ਨੂੰ ਪੋਜ਼ਿਟਿਵ ਰੱਖ ਸਕਦੇ ਹਾਂ, ਅਦਰਵਾਈਜ਼ ਜੇ ਆਪਾਂ ਟੁੱਟ ਜਾਂਦੇ ਜਾਂ ਉਹਦੇ ਸਾਹਮਣੇ ਰੋਂਦੇ ਹਾਂ ਤਾਂ ਉਹ ਖਤਮ ਹੋ ਜਾਊਗਾ। ਇਸ ਕਰਕੇ ਮੈਨੂੰ ਲੱਗਿਆ ਕਿ ਮੈਂ ਉਹਦਾ ਮੈਂ ਟੇਸਟ ਦੇਖਿਆ, ਉਹਦਾ ਇੰਟਰਸਟ ਦੇਖਿਆ ਕਿਸ ਚੀਜ਼ ਵੱਲ, ਉਹ ਕ੍ਰੀਏਟਿਵ ਹੋ, ਕੁਛ ਨਵਾਂ ਸਿਰਜ ਸਕਦਾ, ਨਵਾਂ ਬਣਾ ਸਕਦਾ, ਮੈਨੂੰ ਐਵੇਂ ਲੱਗਿਆ। ਤੇ ਮੈਂ ਉਹਨੂੰ ਇਸ ਲਈ ਇੱਕ ਲੈਪਟਾਪ ਲੈ ਕੇ ਦਿੱਤਾ, ਮੋਬਾਈਲ ਲੈ ਕੇ ਦਿੱਤਾ ਕਿ ਬੇਟਾ ਤੂੰ ਆਪਣੇ ਜਿਹੜੇ ਤੇਰੇ ਸ਼ੌਂਕ ਹੈਗੇ ਆ ਜਾਂ ਜੋ ਤੂੰ ਕ੍ਰੀਏਟ ਕਰ ਸਕਦਾ, ਨਵਾਂ ਸਿਰਜ ਸਕਦਾ, ਉਹ ਕਰ। ਤੋ ਮੇਰੇ ਬੇਟੇ ਨੇ ਮੈਨੂੰ ਇਹ ਕਿਹਾ ਕਿ ਮੈਨੂੰ ਬੜੀ ਹੈਰਾਨੀ ਹੋਈ ਉਹਦੀ ਵੀ ਛੋਟੀ ਜਿਹੀ ਉਮਰ ਦੇ ਵਿੱਚ ਇਹ ਗੱਲ ਸੁਣ ਕੇ, ਤੁਸੀਂ ਵੀ ਹੈਰਾਨ ਹੋਵੋਗੇ ਸੁਣ ਕੇ, ਕਿ ਇੱਕ ਬੱਚਾ ਇਸ ਉਮਰ ਦੇ ਵਿੱਚ ਐਡੀ ਵੱਡੀ ਥਿੰਕਿੰਗ ਰੱਖ ਸਕਦਾ। ਉਹ ਕਹਿੰਦਾ ਪਾਪਾ ਜੀ ਤੁਸੀਂ 21-22 ਸਾਲ ਤੋਂ ਪੜ੍ਹਾ ਰਹੇ ਆ, ਤੁਸੀਂ ਹਜ਼ਾਰਾਂ ਸਟੂਡੈਂਟਸ ਨੂੰ ਪੜ੍ਹਾਇਆ ਹੈਗਾ, ਤੁਹਾਡਾ ਇੱਕ ਗੁੱਡਵਿਲ ਬਣੀ ਹੋਈ ਆ ਪ੍ਰਾਈਵੇਟ ਸੈਕਟਰ ਦੇ ਵਿੱਚ, ਐਜੂਕੇਸ਼ਨ ਦੇ ਵਿੱਚ ਜਿੰਨੀ ਵੀ ਆ। ਅਮੀਰੀ ਜਿਹੜੀ ਆ ਉਹ ਇਹਦੇ ਨਾਲ ਆਪਾਂ ਵੱਡੇ ਨਹੀਂ ਹੁੰਦੇ। ਜਿਹੜਾ ਰਿਸਪੈਕਟ ਜਾਂ ਸਤਿਕਾਰ ਮੈਨੂੰ ਬੀਇੰਗ ਅ ਟੀਚਰ ਮਿਲਿਆ ਬਹੁਤ ਸਾਰੇ ਸਟੂਡੈਂਟਸ ਤੋਂ ਜਾਂ ਉਹਨਾਂ ਦੇ ਪੇਰੈਂਟਸ ਤੋਂ, ਮੇਰੀ ਪ੍ਰਾਪਤੀ ਆ। ਤੇ ਉਹਨੇ ਮੈਨੂੰ ਕਿਹਾ ਕਿ ਕਿਉਂ ਨਾ ਤੁਹਾਡਾ ਇਹ ਜਿਹੜਾ ਹਾਰਡ ਵਰਕ ਇੰਨਾ ਆ, ਇਹਨੂੰ ਆਪਾਂ ਇੱਕ ਲਿਮਿਟਡ ਨਾ ਰੱਖੀਏ, ਇਹਨੂੰ ਆਪਾਂ ਇੱਕ ਔਨਲਾਈਨ ਪਲੇਟਫਾਰਮ ਦੇ ਵਿੱਚ ਤਬਦੀਲ ਕਰੀਏ, ਜਿਹਦੇ ਨਾਲ ਅਸੀਂ ਜਿਹੜੀ ਤੁਹਾਡਾ ਐਜੂਕੇਸ਼ਨ ਦਾ ਸਿਸਟਮ ਹੈਗਾ ਆ ਉਹ ਦੂਰ ਤੱਕ ਦੇ ਬੱਚਿਆਂ ਤੱਕ ਵੀ ਪਹੁੰਚੇ, ਇਹਨੂੰ ਅਸੀਂ ਨੈਸ਼ਨਲ ਲੈਵਲ 'ਤੇ ਕਵਰ ਕਰੀਏ। ਤੇ ਮੈਨੂੰ ਉਹ ਕਹਿੰਦਾ ਹੁੰਦਾ ਸੀ, ਮੈਂ ਉਹਦੀ ਚੀਜ਼ ਨੂੰ ਕਈ ਵਾਰ ਸੀਰੀਅਸ ਨਹੀਂ ਸੀ ਲੈਂਦਾ, ਵੀ ਬੱਚਾ ਗੱਲ ਕਰ ਰਿਹਾ, ਕੀ ਪਤਾ ਵੀ ਉਹ ਮੈਨੇਜ ਅਸੀਂ ਕਿੱਦਾਂ ਕਰ ਪਾਵਾਂਗੇ, ਵੱਡਾ ਸਟੈਪ ਹੈ। ਇੱਕ ਦਿਨ ਇਸ ਤਰ੍ਹਾਂ ਗੱਲ ਕਰ ਰਹੇ ਬੈਠੇ, ਤੇ ਉਹ ਕਹਿੰਦਾ ਕਿ ਮੈਂ ਤੁਹਾਨੂੰ ਵੈਬਸਾਈਟ ਬਣਾ ਕੇ ਦਊਂਗਾ। ਵੈਬਸਾਈਟ ਬਣਾਉਣਾ ਆਪਣੇ ਆਪ ਦੇ ਵਿੱਚ ਇੱਕ ਉਸ ਬੱਚੇ ਲਈ ਜਿਹੜਾ ਸਕੂਲ ਸਿਰਫ 6 ਤੱਕ ਗਿਆ ਹੋਵੇ, ਆਫਟਰ ਦੈਟ ਉਹ ਸਿਰਫ ਬੈੱਡ 'ਤੇ ਹੈਗਾ ਔਰ ਸਟਰਗਲ ਕਰ ਰਿਹਾ ਆਪਣੀ ਲਾਈਫ ਦੇ ਨਾਲ, ਉਹਦੇ ਲਈ ਇੱਕ ਵੈਬਸਾਈਟ ਬਣਾਉਣਾ ਆਪਣੇ ਆਪ 'ਚ ਇੱਕ ਬਹੁਤ ਵੱਡਾ ਉਪਰਾਲਾ ਸੀਗਾ। ਤੇ ਮੈਂ ਕਿਹਾ ਠੀਕ ਆ ਬੇਟਾ, ਮੈਂ ਕਦੀ ਵੀ ਉਹਨੂੰ ਉਹ ਨਹੀਂ ਕੀਤਾ, ਅੰਡਰ ਐਸਟੀਮੇਟ ਨਹੀਂ ਕੀਤਾ। ਜੇ ਉਹ ਕਹਿ ਰਿਹਾ ਕਿ ਮੈਂ ਕਰ ਸਕਦਾ, ਮੈਂ ਕਹਿੰਦਾ ਯੈਸ ਤੂੰ ਇਹ ਬਹੁਤ ਵਧੀਆ ਕਰ ਸਕਦਾ ਹੈ, ਕਿਉਂਕਿ ਐਟਲੀਸਟ ਪੋਜ਼ਿਟਿਵਿਟੀ ਤਾਂ ਰਵੇ ਉਹਦੇ ਵਿੱਚ। ਉਹਨੇ ਬੈਂਸ ਸਾਹਿਬ 2 ਵੈਬਸਾਈਟ ਬਣਾ ਕੇ ਦਿੱਤੀਆਂ ਮੇਰੇ ਐਜੂਕੇਸ਼ਨਲ ਇੰਸਟੀਚਿਊਟ ਦੀਆਂ, ਚੱਲ ਰਹੀਆਂ ਹੈਗੀਆਂ, ਅੰਡਰ ਕੰਸਟਰਕਸ਼ਨ ਆ। ਮੇ ਵੀ ਥੋੜ੍ਹੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਵਿੱਚੋਂ ਇੱਕ ਤਾਂ ਲਾਂਚ ਕਰ ਦਾਂਗੇ, ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਜਿਹੜੀ ਆਪਣੇ ਜੋ ਕੋਰਸਿਸ ਅਸੀਂ ਇੱਥੇ ਕਰਵਾਉਂਦੇ ਹਾਂ, ਆਫਲਾਈਨ ਕਰਵਾਉਣੇ, ਉਹੀ ਆਨਲਾਈਨ ਕਰਵਾਵਾਂਗੇ। ਇੱਕ ਵਧੀਆ ਪਲੇਟਫਾਰਮ ਉਹਨੇ ਖੁਦ ਤਿਆਰ ਕੀਤਾ। ਬੀਇੰਗ ਅ ਫਾਦਰ, ਬੀਇੰਗ ਅ ਟੀਚਰ, ਮੈਂ ਉਹਦੇ ਟੈਲੈਂਟ ਨੂੰ ਇਹ ਸਲਾਮ ਕਰਦਾ, ਮੈਂ ਖੁਦ, ਜਿਵੇਂ ਤੁਸੀਂ ਹੁਣ ਕਿਹਾ। ਤੇ ਇਸ ਕਰਕੇ ਉਹ ਜਿਹੜਾ ਸਾਡਾ ਇੰਟਰਨੈਸ਼ਨਲ ਜਿਹੜਾ ਆਨਲਾਈਨ ਸਟੱਡੀ ਦਾ ਪਲੇਟਫਾਰਮ ਹੈਗਾ ਉਹ ਤਿਆਰ ਹੋ ਰਿਹਾ ਹੈਗਾ, ਤੇ ਉਹਦੀ ਵਜ੍ਹਾ ਨਾਲ ਹੀ ਹੋ ਰਿਹਾ। ਔਰ ਮੈਨੂੰ ਇਸ ਗੱਲ 'ਤੇ ਬਹੁਤ ਮਾਣ ਆ ਕਿ ਉਹ ਇੰਨੇ ਸਟਰਗਲਿੰਗ ਫੇਜ਼ ਦੇ ਵਿੱਚ ਵੀ ਇਹ ਚੀਜ਼ ਤਿਆਰ ਕਰ ਰਿਹਾ। ਜੋ ਤੁਸੀਂ ਜਿਹੜੀ ਸਿਚੁਏਸ਼ਨ ਵਿੱਚੋਂ ਨਿਕਲੇ ਆ, ਤੁਸੀਂ ਦੁੱਖਾਂ ਵਿੱਚੋਂ ਗਏ ਆ, ਔਕੜਾਂ ਆਈਆਂ ਆ, ਤੇ ਫਿਰ ਵੀ ਜਿਹੜਾ ਉਹਨੂੰ ਹੈਂਡਲ ਕੀਤਾ, ਆਪ ਵੀ ਜਿਹੜਾ ਹੈ ਫਿਜ਼ੀਕਲੀ ਪੈਰ ਤੋਂ ਤੁਸੀਂ ਚੱਜ ਨਾਲ ਨਹੀਂ ਤੁਰ ਸਕਦੇ, ਉਹ ਵੀ ਕਿਤੇ ਨਾ ਕਿਤੇ ਇੱਕ ਵੱਖਰੀ ਜਿਹੜੀ ਕਹਿ ਸਕਦੇ ਆ ਕਿ ਔਕੜ ਆ ਤੁਹਾਡੇ ਦੇ ਵਿੱਚ। ਇਹ ਜਿਹੜੀ ਇੱਕ ਅੰਦਰ ਇਹਨੇ ਦੁੱਖ ਆ, ਅੰਦਰ ਦੁੱਖਾਂ ਨਾਲ ਇੱਕ ਕਹਿ ਸਕਦੇ ਭੰਡਾਰ ਲੈ ਕੇ ਬੈਠੇ ਆ, ਪਰ ਫਿਰ ਵੀ ਚਿਹਰੇ ਤੇ ਸਮਾਈਲ ਆ, ਬਾਹਰ ਵਿਚਰਨਾ ਆ ਹਰ ਇੱਕ ਦੇ, ਕਿਉਂਕਿ ਫੀਲਡ ਵਿੱਚ ਉੱਦਾਂ ਦੇ ਵਿੱਚ ਤੁਸੀਂ ਇਹ, ਕਿਉਂਕਿ ਬੱਚਿਆਂ ਨੂੰ ਹੈਂਡਲ ਕਰਨਾ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਜਾਂ ਬਾਹਰ ਜਾ ਕੇ ਜਿਹੜਾ ਉਹ ਬੱਚੇ ਨੂੰ ਇੱਕ ਸਟੱਡੀ ਦੇਣੀ ਆ, ਸਟੱਡੀ ਦੇ ਨਾਲ ਨਾਲ ਸਭ ਤੋਂ ਵੱਡਾ ਜਿਹੜਾ ਅਧਿਆਪਕ ਦਾ ਇੱਕ ਇਹ ਵੀ ਕਿਤੇ ਨਾ ਕਿਤੇ ਮੇਨ ਹੁੰਦਾ, ਮੋਟਿਵ ਹੁੰਦਾ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਇੱਕ ਜਿਹੜਾ ਭਵਿੱਖ ਆ ਉਹਨਾਂ ਦਾ ਵਧੀਆ ਕਰਕੇ ਤੇ ਉਹਨੂੰ ਇੱਕ ਸਹੀ ਜਿਹੜਾ ਸਮਾਜ ਸਿਰਜਣ ਦੇ ਵੱਲ ਪ੍ਰੇਰਿਤ ਕੀਤਾ ਜਾਵੇ। ਕਿਵੇਂ ਸਾਰਾ ਹੈਂਡਲ ਕਿਵੇਂ ਕਰਦੇ ਹੋ ਕਿ ਦਿਲ 'ਚ ਦੁੱਖ ਤੇ ਮੂੰਹ ਤੇ ਮੁਸਕਾਨ ਲੈ ਕੇ ਜਾਣਾ, ਫਿਰ ਉਹਨੂੰ ਪੂਰੀ ਤਰ੍ਹਾਂ ਦਬਾ ਕੇ ਰੱਖਣਾ, ਕਿਸੇ ਤੇ ਆਪਣੇ ਕਹਿ ਸਕਦੇ ਕਿ ਆਪਣੇ ਦੁੱਖ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦੇਣਾ, ਹਮੇਸ਼ਾ ਹੀ ਹੱਸਦੇ ਚਿਹਰੇ ਨਾਲ ਬੱਚਿਆਂ ਨੂੰ ਪੜ੍ਹਾਉਣਾ। ਮੈਨੂੰ ਲੱਗਦਾ ਸਭ ਤੋਂ ਵੱਡਾ ਔਖਾ ਕੰਮ ਆ ਵੀ ਆਪਣਾ ਦੁੱਖ ਲੁਕਾ ਕੇ ਇੱਕ, ਜਿਸ ਤਰ੍ਹਾਂ ਜੋਕਰ ਹੁੰਦਾ ਆਪਾਂ ਕਹਿ ਸਕਦੇ ਕਿ ਜੋਕਰ ਜਿਹੜਾ ਆਪ ਚਾਹੇ ਉਹ ਜਿੰਨਾ ਮਰਜ਼ੀ ਦੁਖੀ ਹੋਵੇ ਪਰ ਉਹ ਲੋਕਾਂ ਨੂੰ ਹਸਾਉਂਦਾ ਆ, ਲੋਕਾਂ ਦਾ ਮਨੋਰੰਜਨ ਕਰਦਾ ਆ। ਤੇ ਕਹਿਣ ਦਾ ਭਾਵ ਮੇਰਾ ਇਹ ਬਣ ਜਾਂਦਾ ਵੀ ਤੁਸੀਂ ਉਸ ਸਿਚੁਏਸ਼ਨ ਵਿੱਚੋਂ ਹੁੰਦੇ ਹੋਏ ਵੀ ਆਪ ਅੰਦਰੋਂ ਕਹਿ ਸਕਦੇ ਕਿ ਇੱਕ ਤਰ੍ਹਾਂ ਬੰਦਾ ਜਿੱਦਾਂ ਹੁਣ ਜਿਹੜੇ ਬੱਚੇ ਦੀ ਗੱਲ ਕੀਤੀ, ਬੰਦਾ ਟੁੱਟ ਜਾਂਦਾ ਪੂਰੀ ਤਰ੍ਹਾਂ ਵੀ ਇੱਕ ਤਾਂ ਤੁਸੀਂ ਆਪਣੇ ਮਾਂ ਪਿਓ ਪਹਿਲਾਂ ਗਵਾਲੇ ਬਿਮਾਰੀਆਂ ਕਰਕੇ, ਉੱਤੋਂ ਤੁਸੀਂ ਆਪ, ਉਸ ਤੋਂ ਬਾਅਦ ਤੁਹਾਡਾ ਬੱਚਾ, ਬੰਦਾ ਪੂਰੀ ਤਰ੍ਹਾਂ, ਮੈਨੂੰ ਲੱਗਦਾ ਕਿ ਦਰਸ਼ਕ ਵੀ ਸਾਡੇ ਇਸ ਗੱਲ ਦਾ ਸਹਿਮਤ ਹੋਣਗੇ ਵੀ ਜੇ ਕਿਸੇ ਹੋਰ ਤੇ ਇੱਦਾਂ ਦੀ ਵਿਪਤਾ ਪੈਂਦੀ, ਮੈਨੂੰ ਲੱਗਦਾ ਨਹੀਂ ਕਿ ਉਹ ਸਰਵਾਈਵ ਕਰ ਸਕਦਾ ਸੀਗਾ, ਪਰ ਤੁਸੀਂ ਫੇਰ ਵੀ ਇੱਕ ਸਰਵਾਈਵ ਕਰਨਾ ਤੇ ਇੱਕ ਹੁੰਦਾ ਕਿ ਬਹਿ ਕੇ ਢੇਰੀ ਢਾਹ ਦੇਣੀ, ਪਰ ਤੁਸੀਂ ਫੇਰ ਵੀ ਇੱਕ ਵਧੀਆ ਜਣੀ ਇੱਕ ਕਹਿ ਸਕਦੇ ਲੜਾਈ ਲੜ ਰਹੇ ਆ। ਦਰਸ਼ਕਾਂ ਨੂੰ ਇਹ ਜ਼ਰੂਰ ਦੱਸੋ ਕਿ ਸਭ ਕੁਝ ਹੈਂਡਲ ਕਿੱਦਾਂ ਕਰ ਸਕਦੇ ਹੋ, ਕਿਉਂਕਿ ਮੈਨੂੰ ਲੱਗਦਾ ਕਿ ਮੈਂ ਵੀ ਜੇ ਆਪਾਂ ਆਪਣੇ ਤੌਰ ਤੇ ਗੱਲ ਕਰਦਾ, ਮੈਨੂੰ ਤਾਂ ਲੱਗਦਾ ਬਹੁਤ ਵੱਡੀ ਗੱਲ ਹੈ ਜਾਣੀ ਇੱਕ ਵੀ ਜਾਣੀ ਇਸ ਤਰ੍ਹਾਂ ਆਪਣਾ ਜਿਹੜਾ ਜੀਵਨ ਜੀਣਾ ਆ। ਜੀ, ਇਸ ਤਰ੍ਹਾਂ ਆ ਬੈਂਸ ਸਾਹਿਬ ਕਿ ਇੱਕ ਨਾ ਇਨਸਾਨ ਦੇ ਕੋਲ, ਹਰ ਇਨਸਾਨ ਕੋਲ ਕੋਈ ਨਾ ਕੋਈ ਦੌਲਤ ਹੁੰਦੀ ਆ, ਕਿਸੇ ਕੋਲ ਕਿਸੇ ਤਰ੍ਹਾਂ ਦੀ, ਕਿਸੇ ਕੋਲ ਕਿਸੇ ਤਰ੍ਹਾਂ ਦੀ। ਮੈਨੂੰ ਇੱਕ ਸ਼ਬਦਾਂ ਦੀ ਦੌਲਤ ਆ ਕੁਦਰਤ ਨੇ ਦਿੱਤੀ ਹੋਈ। ਸ਼ਬਦ ਅਸੀਂ ਗੁਰਬਾਣੀ ਵੀ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਬੰਦਾ ਸ਼ਬਦ ਦੇ ਲੜ ਲੱਗ ਜਾਂਦਾ, ਸ਼ਬਦ ਦਾ ਭਾਵ ਕੀ ਆ ਕਿ ਜਦੋਂ ਅਸੀਂ ਸ਼ਬਦ ਦੇ ਲੜ ਲੱਗ ਜਾਂਦੇ, ਸ਼ਬਦਾਂ ਦੀ ਇੱਕ ਰੌਸ਼ਨੀ ਆ,
ਸ਼ਬਦਾਂ ਦਾ ਇੱਕ ਚਾਨਣ ਹੁੰਦਾ, ਜਿਹੜਾ ਅਸੀਂ ਜਿੰਨੇ ਮਰਜ਼ੀ ਹਨੇਰੇ ਰਸਤੇ 'ਤੇ ਤੁਰੇ ਜਾ ਰਹੇ ਹਾਂ ਜਾਂ ਸਾਡੀ ਜ਼ਿੰਦਗੀ 'ਚ ਜਿੰਨਾ ਮਰਜ਼ੀ ਹਨੇਰਾ ਆ, ਜਿਹੜੀ ਸ਼ਬਦ ਦੀ ਰੌਸ਼ਨੀ ਆ ਨਾ, ਉਹ ਸਾਨੂੰ ਡੋਲਣ ਨਹੀਂ ਦਿੰਦੀ, ਉਹ ਸਾਨੂੰ ਸਾਫ਼ ਦਿਖਾਉਂਦੀ ਆ ਸਾਰਾ ਕੁਝ, ਈਵਨ ਸੁਜਾਖੇ ਲੋਕਾਂ ਨਾਲੋਂ ਵੀ ਜ਼ਿਆਦਾ ਵਧੀਆ ਦਿਖਾਉਂਦੀ ਆ ਉਹ ਸ਼ਬਦਾਂ ਦੀ ਰੌਸ਼ਨੀ ਮੈਨੂੰ ਕਿਤੇ ਨਾ ਕਿਤੇ, ਜਿਹੜੀ ਮੇਰੀ ਸ਼ਾਇਰੀ ਜਾਂ ਪੋਇਟਰੀ ਮੈਨੂੰ ਸ਼ਬਦਾਂ ਦੀ ਦੌਲਤ ਜਿਹੜੀ ਆ ਕੁਦਰਤ ਨੇ ਉਹ ਚੀਜ਼ ਦੇ ਕੇ ਭੇਜੀ ਆ, ਉਹ ਮੇਰਾ ਇੱਕ ਚਾਨਣ ਮੁਨਾਰਾ ਬਣੀ ਆ। ਮਾਂ ਦੀਆਂ ਦੁਆਵਾਂ ਤਾਂ ਹਮੇਸ਼ਾ ਹੀ ਨਾਲ ਆ, ਆਪਣੇ ਚਾਹੁਣ ਵਾਲਿਆਂ ਦੀਆਂ, ਪਿਆਰ ਮੁਹੱਬਤ ਕਰਨ ਵਾਲਿਆਂ ਦੀਆਂ, ਬ੍ਰਦਰ ਸਿਸਟਰ ਦੀਆਂ, ਭਰਾਵਾਂ ਭੈਣਾਂ ਦੀਆਂ, ਰਿਸ਼ਤੇਦਾਰਾਂ ਦੀਆਂ, ਸਾਰਿਆਂ ਦੀਆਂ ਦੁਆਵਾਂ ਹੁੰਦੀਆਂ, ਪਰ ਇੱਕ ਸ਼ਬਦਾਂ ਦਾ ਜਿਹੜਾ ਚਾਨਣ ਵਾ ਨਾ, ਉਹ ਮੈਨੂੰ ਲੈ ਕੇ ਤੁਰਿਆ ਇਹਦੇ ਵਿੱਚ। ਇੱਕ ਇਹ ਹੈ ਕਿ ਜੇ ਅਸੀਂ ਕਿਸੇ ਨੂੰ ਰੌਸ਼ਨੀ ਦੇਣੀ ਹੈ ਤਾਂ ਸਾਨੂੰ ਖੁਦ ਨੂੰ ਬਲਣਾ ਪੈਂਦਾ। ਦੁੱਖਾਂ ਵਿੱਚ ਤਾਂ ਹਰ ਬੰਦਾ ਘਿਰਿਆ ਹੈ, ਜੇ ਅਸੀਂ ਦੁੱਖਾਂ ਨੂੰ ਹੀ ਦੇਖਦੇ ਰਹਾਂਗੇ ਫਿਰ ਤਾਂ ਅਸੀਂ ਕੁਝ ਕਰ ਨਹੀਂ ਸਕਾਂਗੇ। ਉਹ ਜਿਹੜੀ ਸ਼ਬਦਾਂ ਦੀ ਰੌਸ਼ਨੀ ਆ ਉਹ ਮੇਰੇ ਅੰਦਰ ਆ, ਜਿਹੜੀ ਪੋਇਟਰੀ ਆ ਮੇਰੀ, ਉਹ ਮੇਰੇ ਅੰਦਰ ਵਾ, ਉਹ ਮੈਨੂੰ ਉਹਨਾਂ ਮੁਸੀਬਤਾਂ ਨਾਲ ਲੜਨ ਦੇ, 2-4 ਕਰਨ ਦੇ ਹਿੰਮਤ ਦਿੰਦੀ ਆ। ਮੈਂ ਖੜਦਾ ਹਾਂ ਉਸਦੇ ਅੱਗੇ, ਔਰ ਮੈਨੂੰ ਕਿਤੇ ਨਾ ਕਿਤੇ ਹੁਣ ਇੱਦਾਂ ਵੀ ਲੱਗਣ ਲੱਗ ਪਿਆ 40 ਸਾਲ ਦੀ ਉਮਰ ਬਿਤਾਉਣ ਤੋਂ ਬਾਅਦ ਕਿ ਇਨਸਾਨ ਦੀ ਜ਼ਿੰਦਗੀ ਨੂੰ, ਇਨਸਾਨ ਨੂੰ ਕਿਸੇ ਮਕਸਦ ਲਈ ਧਰਤੀ 'ਤੇ ਭੇਜਿਆ ਜਾਂਦਾ ਹੈ। ਜੇ ਅਸੀਂ ਉਸ ਮਕਸਦ ਨੂੰ ਪਛਾਣ ਲੈਂਦੇ ਹਾਂ ਤਾਂ ਫਿਰ ਇਹ ਜਿਹੜੇ ਸਾਡੇ ਦੁੱਖ ਹੈਗੇ ਆ ਇਹ ਨਜ਼ਰਅੰਦਾਜ਼ ਹੋ ਜਾਂਦੇ ਆ। ਚੱਲਦੇ ਤਾਂ ਨਾਲ ਵਾ, ਮੈਂ ਵੀ ਇੱਕ ਫਾਦਰ ਹਾਂ, ਮੈਂ ਬਹੁਤ ਇਮੋਸ਼ਨਲ ਹਾਂ, ਮੈਂ ਆਪਣੇ ਬੱਚੇ ਦੇ ਸਾਹਮਣੇ ਆਪਣੀ ਵੀਕਨੈਸ ਨਹੀਂ ਸ਼ੋਅ ਕਰ ਸਕਦਾ, ਪਰ ਜਦੋਂ ਮੈਂ ਇਕੱਲਾ ਹਾਂ ਤਾਂ ਮੈਨੂੰ ਉਹ ਚੀਜ਼ਾਂ ਤੰਗ ਕਰਦੀਆਂ। ਜੇ ਮੈਂ ਆਪਣੇ ਬੇਟੇ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਡਿਜ਼ੀਜ਼ ਨਾਲ ਲੜਦਾ ਹੋਇਆ ਦੇਖਦਾ ਹਾਂ, ਔਰ ਮੈਂ ਖੁਦ ਆਪ ਇੱਕ ਹੈਂਡੀਕੈਪ ਹੁੰਦਾ ਹੋਇਆ ਆਪਣੇ ਬੇਟੇ ਨੂੰ ਵੀਲਚੇਅਰ 'ਤੇ ਬਿਠਾ ਕੇ ਜਦੋਂ ਕਿਤੇ ਲੈ ਕੇ ਜਾਂਦਾ ਆ, ਦੈਨ ਇਹੋ ਜਿਹਾ ਸੀਨ ਹੁੰਦਾ ਜਾਂ ਸਿਨੈਰੀਓ ਇੱਦਾਂ ਦਾ ਆ ਕਿ ਉਹ ਕੋਈ ਆਮ ਇਨਸਾਨ ਦੇਖ ਨਹੀਂ ਸਕਦਾ। ਮੈਂ ਉਹਨੂੰ ਰੋਜ਼ ਦੇਖਦਾ ਹਾਂ, ਪਰ ਉਹਦੇ ਪਾਰ ਵੀ ਇੱਕ ਦੁਨੀਆ ਹੈ, ਉਹਦੇ ਪਾਰ ਵੀ ਇੱਕ ਜ਼ਿੰਦਗੀ ਹੈ, ਉਹਦੇ ਪਾਰ ਵੀ ਮੇਰੇ ਕੁਝ ਫਰਜ਼ ਹੈਗੇ ਆ ਜਿਹੜੇ ਮੈਨੂੰ ਕਰਨੇ ਪੈਣਗੇ ਪੂਰੇ। ਸਰ, ਜਿਸ ਤਰ੍ਹਾਂ ਆਪਾਂ ਇਹ ਤੁਸੀਂ ਟੀਚਿੰਗ ਲਾਈਨ ਵਿੱਚ ਹੁਣ ਲੈ ਉਸ ਗੱਲ ਕਰਾਂਗੇ, ਸਰਕਾਰਾਂ ਦਾ ਵੀ ਆਪਾਂ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਵੀ ਇੱਕ ਤਾਂ ਹੁੰਦੀ ਕੁਦਰਤੀ ਜਿਹੜੀਆਂ ਕਰੋਪੀਆਂ ਆਪਣੇ ਤੇ ਆਈਆਂ, ਪਰ ਫਿਰ ਵੀ ਆਪਣੇ ਮੈਨੂੰ ਲੱਗਦਾ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਆ ਜਾਂ ਸਾਡਾ ਜਿਹੜਾ ਸਿਸਟਮ ਆਪਾਂ ਕਹਿ ਸਕਦੇ ਜਿਹੜਾ ਗੰਦਲਾ ਹੋ ਚੁੱਕਾ ਆ ਭ੍ਰਿਸ਼ਟਾਚਾਰ ਨਾਲ ਜਾਂ ਰਿਸ਼ਵਤਖੋਰੀ ਨਾਲ, ਉਹ ਕਿਤੇ ਨਾ ਕਿਤੇ ਉਹ ਵੀ ਇਫੈਕਟ ਕਰਦਾ ਆਪਣੀ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਆ। ਘਰ ਘਰ ਨੌਕਰੀਆਂ ਦੀ ਥਾਂ ਤੇ ਮੈਨੂੰ ਲੱਗਦਾ ਕਿ ਆਪਣੇ ਘਰ ਘਰ ਨੌਕਰੀਆਂ ਆਪਣਾ ਲਿਖਣਾ ਖਰਿਆ ਸ਼ਾਇਦ ਭੁੱਲ ਗਏ ਮੈਨੀਫੈਸਟੋ ਵਿੱਚ, ਪਰ ਉਹਨਾਂ ਨੇ ਜਿਹੜੀਆਂ 2 ਵਿਧਾਇਕਾਂ ਦੇ ਜਿਹੜੇ ਲੜਕਿਆਂ ਨੂੰ ਉਹਨਾਂ ਨੂੰ ਨੌਕਰੀਆਂ ਦਿੱਤੀਆਂ, ਜਦ ਕਿ ਪਹਿਲਾਂ ਹੀ ਉਹ ਅਰਬਾਪਤੀ ਖਰਬਾਪਤੀ ਹੈਗੇ ਆ, ਪਰ ਫਿਰ ਵੀ ਉਹਨਾਂ ਨੂੰ ਸ਼ਾਇਦ ਇਹ ਲੱਗਾ ਵੀ ਸ਼ਾਇਦ ਇਹਨਾਂ ਨੂੰ ਜ਼ਿਆਦਾ ਜ਼ਰੂਰਤ ਹੈ ਨੌਕਰੀਆਂ ਦੀ। ਪਰ ਤੁਹਾਡੇ ਵਰਗੇ ਜਿਹੜੇ ਵੈਲ ਟੈਲੈਂਟ ਜਿਹੜੇ ਇਹ ਹੋਰ ਵੀ ਕਾਫੀ ਲੋਕ ਆ ਜਿਹੜੇ ਇੱਦਾਂ ਦੇ ਬੈਠੇ ਆ। ਇਸ ਤਰ੍ਹਾਂ ਆ ਬੈਂਸ ਸਾਹਿਬ ਕਿ ਜੇ ਆਪਾਂ ਸਿਸਟਮ ਦੀ ਗੱਲ ਕਰੀਏ ਤਾਂ ਸਿਸਟਮ ਤੋਂ ਉਮੀਦਾਂ ਰਹਿ ਨਹੀਂ ਗਈਆਂ ਲੋਕਾਂ ਨੂੰ ਬਹੁਤੀਆਂ। ਜੇ ਹੁਣ ਮੈਂ ਆਪਣੀ ਇੱਕ ਐਗਜ਼ਾਮਪਲ ਦਿੰਦਾ ਕਿ ਤੁਸੀਂ ਦੇਖੋ ਕਿ ਗ੍ਰੈਜੂਏਟ, ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਾਂ ਆਇਲਸ ਦੇ ਵੀ 8 ਬੈਂਡ ਹੈਗੇ ਆ, ਔਰ ਸਾਰੀ ਸਟੱਡੀ ਹੋਣ ਦੇ ਬਾਵਜੂਦ ਮੇਰੇ ਕੋਲ 2 ਤਰ੍ਹਾਂ ਦੀ ਰਿਜ਼ਰਵੇਸ਼ਨ ਸੀ, ਇੱਕ ਹੈਂਡੀਕੈਪ ਕੋਟੇ 'ਚੋਂ, ਇੱਕ SC ਕੋਟੇ ਦੇ ਵਿੱਚੋਂ। 2 ਤਰ੍ਹਾਂ ਦੀ ਰਿਜ਼ਰਵੇਸ਼ਨ ਔਰ ਕੁਆਲੀਫਿਕੇਸ਼ਨ ਹੋਣ ਦੇ ਬਾਵਜੂਦ ਮੈਨੂੰ ਜੌਬ ਨਹੀਂ ਮਿਲੀ। ਉਹ ਤਾਂ ਮੇਰੇ ਕੋਲ ਕੋਈ ਆਪਸ਼ਨ ਨਹੀਂ ਬਚੀ, ਮੈਂ ਆਪਣਾ ਕੰਮ ਜਿਹੜਾ ਆ ਉਹ ਕਰਨਾ ਸ਼ੁਰੂ ਕਰ ਦਿੱਤਾ ਜਾਂ ਮੈਂ ਪ੍ਰਾਈਵੇਟ ਟੀਚਿੰਗ ਕਰਨ ਲੱਗ ਪਿਆ। ਉਸ ਤੋਂ ਬਾਅਦ ਸਭ ਤੋਂ ਦੁਖਦਾਈ ਗੱਲ ਪਤਾ ਕਿਹੜੀ ਹੈ ਜੀ? ਇੱਕ ਤਾਂ ਇਹ ਹੈ ਕਿ ਗੌਰਮੈਂਟ ਜੌਬ ਤਾਂ ਹੈ ਹੀ ਨਹੀਂ, ਨੌਕਰੀਆਂ ਦੇਣ ਲਈ ਤਾਂ ਹੈ ਨਹੀਂ ਗੌਰਮੈਂਟ ਕੋਲ, ਲਾਰੇ ਤੋਂ ਇਲਾਵਾ ਸਰਕਾਰਾਂ ਕੋਲ, ਕਿਸੇ ਵੀ ਸਰਕਾਰ ਕੋਲ ਕੁਛ ਨਹੀਂ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਕੋਈ ਇਨਸਾਨ ਆਪਣੇ ਸਾਧਨਾਂ ਨਾਲ, ਆਪਣੀ ਹਿੰਮਤ ਨਾਲ ਖੜਾ ਹੋ ਕੇ, ਬੇਸ਼ੱਕ ਉਹ ਕਰਜ਼ਾ ਚੱਕਦਾ, ਕਿਸੇ ਬੈਂਕ ਤੋਂ ਲੋਨ ਲੈ ਕੇ ਆਪਣੇ ਕੰਮ ਚਲਾਉਂਦਾ ਹੈ, ਉਸ ਬੰਦੇ ਨੂੰ ਵੀ ਕਿਸੇ ਤਰ੍ਹਾਂ ਦੀ ਸਪੋਰਟ ਨਹੀਂ ਦਿੱਤੀ ਜਾਂਦੀ। ਮੇਰਾ 22 ਸਾਲ ਦਾ ਕੈਰੀਅਰ ਹੋ ਗਿਆ, 22 ਸਾਲਾਂ ਦੀ ਕੈਰੀਅਰ ਦੇ ਵਿੱਚ ਮੈਂ ਪਤਾ ਨਹੀਂ ਕਿੰਨੀ ਸਟਰਗਲ ਕੀਤੀ ਆ। ਹੁਣ ਜਿਹੜਾ ਮੈਂ ਇੰਸਟੀਚਿਊਟ ਖੋਲ੍ਹਿਆ ਹੋਇਆ, ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਗੱਲ ਕਰਦੇ ਹਾਂ, ਐਜੂਕੇਸ਼ਨਲ ਇੰਸਟੀਚਿਊਟ ਖੋਲ੍ਹਿਆ, ਪਹਿਲਾਂ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਇਆ, ਥੋੜ੍ਹੀ ਸੈਲਰੀ 'ਤੇ 2-3 ਹਜ਼ਾਰ ਦੀ ਸੈਲਰੀ ਨਾਲ ਗੁਜ਼ਾਰਾ ਇੱਕ ਫੈਮਿਲੀ ਹੋਲਡਰ ਬੰਦੇ ਦਾ ਕਿੱਦਾਂ ਹੋ ਸਕਦਾ? 3000 ਦੇ ਵਿੱਚੋਂ ਤੁਸੀਂ 1500 ਦਾ ਪੈਟਰੋਲ ਪਾ ਕੇ ਕਿਸੇ ਸਕੂਲ 'ਚ ਜਾਓਗੇ ਤਾਂ 1500 ਨਾਲ ਕੀ ਆਪਾਂ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ ਜਾਂ ਆਪਣੇ ਫੈਮਿਲੀ ਲਈ ਕੀ ਤੁਸੀਂ ਕਰ ਸਕਦੇ ਹਾਂ? ਉਸ ਤੋਂ ਬਾਅਦ ਮੈਂ ਜਿਹੜਾ ਛੋਟਾ ਜਿਹਾ ਇੰਸਟੀਚਿਊਟ ਖੋਲ੍ਹਿਆ, ਇਹਨੂੰ ਮੇਰੇ ਕੋਲ ਕੋਈ ਸੋਰਸਿਸ ਨਹੀਂ ਸੀ ਇਨਕਮ ਦੇ, ਮੇਰੇ ਕੋਲ ਕੋਈ ਬੈਂਕ ਬੈਲੈਂਸ ਨਹੀਂ ਸੀ ਪਿਆ, ਜਾਂ ਮੇਰੇ ਕੋਲ ਕੋਈ ਸਪੋਰਟ ਕਰਨ ਦੇ ਲਈ ਪਰਸਨ ਨਹੀਂ ਹੈਗੇ ਸੀ ਫੈਮਿਲੀ ਦੇ ਵਿੱਚ। ਮੈਂ ਉਹ ਲੋਨ ਲੈ ਕੇ, ਕਰਜ਼ੇ ਲੈ ਕੇ ਆਪਣੇ ਇੰਸਟੀਚਿਊਟ ਨੂੰ ਚਲਾਇਆ। ਤੁਸੀਂ ਦੇਖ ਕੇ ਆਏ ਆ ਉੱਥੇ ਇੰਸਟੀਚਿਊਟ ਮੇਰਾ, ਉਹਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਕਾਫੀ ਸਾਰੀ ਇਨਵੈਸਟਮੈਂਟ ਮੈਂ ਕੀਤੀ ਹੋਈ ਆ, ਉਹ ਸਾਰੀ ਮੈਂ ਬੈਂਕਾਂ ਤੋਂ ਚੱਕ ਕੇ ਕਰਜ਼ਾ ਲਾਇਆ। ਉਹ ਕਿਸ ਲਈ? ਕਿ ਮੇਰੇ ਕੋਲ ਅਦਰ ਆਪਸ਼ਨ ਹੈ ਨਹੀਂ ਸੀ। ਜਦੋਂ ਮੇਰੇ ਕੋਲ 2 ਆਪਸ਼ਨਾਂ ਸਾਹਮਣੇ ਪਈਆਂ ਕਿ ਜਾਂ ਤਾਂ ਮੈਂ ਮਰ ਜਾਵਾਂ ਸੁਸਾਈਡ ਕਰਕੇ, ਤੇ ਜਾਂ ਫਿਰ ਮੈਂ ਜਿਸ ਫੀਲਡ ਦੀ ਮੈਨੂੰ ਨੌਲੇਜ ਵਾ ਜਾਂ ਜਿਸ ਫੀਲਡ ਦੇ ਵਿੱਚ ਮੈਂ ਵਿਚਰ ਰਿਹਾ ਪਿਛਲੇ ਕੁਝ ਸਾਲਾਂ ਤੋਂ, ਉਹਦੇ ਵਿੱਚ ਕੰਮ ਕਰਾਂ। 2 ਹੀ ਆਪਸ਼ਨਾਂ ਸੀ। ਦੂਸਰੀ ਆਪਸ਼ਨ ਪੈਸੇ ਨਾਲ ਚੱਲਦੀ ਹੈ। ਇੱਕ ਪ੍ਰਾਈਵੇਟ ਅਦਾਰਾ ਚਲਾਉਣਾ, ਤੁਸੀਂ ਪ੍ਰਾਈਵੇਟ ਇੰਸਟੀਚਿਊਟ ਨੂੰ ਚਲਾਉਣਾ, ਤੁਹਾਨੂੰ ਪੈਸੇ ਦੀ ਲੋੜ ਆ। ਕੀ ਵੇਚਿਆ ਜਾ ਸਕਦਾ ਹੈ? ਕੋਈ ਆਪਣਾ ਬੋਡੀ ਦਾ ਅੰਗ ਤਾਂ ਕੱਢ ਕੇ ਨਹੀਂ ਵੇਚਿਆ ਜਾ ਸਕਦਾ। ਮੈਂ ਉਹ ਲੋਨ ਲੈ ਕੇ, ਕਰਜ਼ਾ ਲੈ ਕੇ ਉਸ ਨੂੰ ਚਲਾਇਆ। ਉਸ ਤੋਂ ਬਾਅਦ ਪਿਛਲੇ ਜਿਵੇਂ ਹੁਣ 1-1.5 ਸਾਲ ਤੋਂ ਤਰਾਸਦੀ ਚੱਲ ਰਹੀ ਹੈ ਸਾਰੀ ਦੁਨੀਆ ਦੇ ਵਿੱਚ ਕਰੋਨਾ ਦੀ, ਉਹਦੀ ਵਜ੍ਹਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਜਿਹੜੇ ਆ ਉਹ ਸਾਰੇ ਕੰਮ ਪ੍ਰਭਾਵਿਤ ਹੋਏ ਆ। ਜਿਹੜਾ ਐਜੂਕੇਸ਼ਨਲ ਸਿਸਟਮ ਆ ਪ੍ਰਾਈਵੇਟ, ਖਾਸ ਕਰਕੇ ਕੋਚਿੰਗ ਇੰਸਟੀਚਿਊਟਸ ਹੈਗੇ ਆ, ਉਹ ਪਿਛਲੇ 1.5 ਸਾਲ ਦੇ ਵਿੱਚ ਓਪਨ ਨਹੀਂ ਹੋ ਸਕੇ।
1-2 ਮਹੀਨੇ ਲਈ ਖੁੱਲ੍ਹੇ ਆ, ਪਿੱਛੇ ਜੇ ਦੁਬਾਰਾ ਫੇਰ ਬੰਦ ਹੋ ਗਏ ਸਾਰੀਆਂ। ਜੇ ਗਵਰਨਮੈਂਟ ਸਾਡੇ ਉਹ ਚੀਜ਼ਾਂ ਨੂੰ ਬੰਦ ਕਰਦੀ ਹੈ, ਉਹਦੇ ਬਦਲੇ ਦੇ ਵਿੱਚ ਕੋਈ ਉਹਦਾ ਇਨਵਰਟ ਦੇਣਾ ਚਾਹੀਦਾ, ਕੁਛ ਨਾ ਕੁਛ ਉਹਦੇ ਬਦਲੇ ਦੇ ਵਿੱਚ ਕੋਈ ਚੀਜ਼ ਦਿੱਤੀ ਜਾਵੇ। ਅੱਜ ਦੀ ਡੇਟ ਦੇ ਵਿੱਚ ਮੈਂ ਸਰਕਾਰਾਂ ਨੂੰ ਔਰ ਸਿਸਟਮ ਨੂੰ ਸਿਰਫ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਜੇ ਕਿਸੇ ਐਲੀਜੀਬਲ ਬੰਦੇ ਨੂੰ ਜੌਬ ਨਹੀਂ ਦਿੱਤੀ ਜਾ ਸਕਦੀ ਉਹਦੀ ਕੁਆਲੀਫਿਕੇਸ਼ਨ ਦੇ ਮੁਤਾਬਕ, ਤਾਂ ਐਟਲੀਸਟ ਉਹਨੂੰ ਖੜਾ ਹੋਣ ਦੇ ਲਈ ਸਪੋਰਟ ਕਰੋ। ਜਦੋਂ ਕੋਈ ਸੁਸਾਈਡ ਕਰ ਲੈਂਦਾ ਆ, ਬੰਦਾ ਮਰ ਜਾਂਦਾ, ਆਪਣੇ ਆਪ ਨੂੰ ਖਤਮ ਕਰ ਲੈਂਦਾ, ਉਸ ਤੋਂ ਬਾਅਦ ਫਿਰ ਜਿਹੜੀ ਹਮਦਰਦੀ ਬਾਅਦ 'ਚ ਕੀਤੀ ਜਾਂਦੀ ਆ ਜਾਂ ਉਸਦੀ ਫੈਮਿਲੀ ਨੂੰ ਫਿਰ ਮੁਆਵਜ਼ਾ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਕਿ ਇਹਨਾਂ ਗੱਲਾਂ ਤੋਂ ਬੈਟਰ ਨਹੀਂ ਹੈਗਾ ਕਿ ਤੁਸੀਂ ਕਿਸੇ ਜਿਉਂਦੇ ਬੰਦੇ ਨੂੰ ਸਟਰਗਲਿੰਗ ਫੇਜ਼ ਦੇ ਵਿੱਚ ਜਿਹੜਾ ਬੰਦਾ ਆ ਔਰ ਉਹ ਸਮਾਜ ਲਈ ਵੀ ਕੁਛ ਕਰਨਾ ਚਾਹੁੰਦਾ ਆ, ਤੁਸੀਂ ਉਹਦਾ ਹੱਥ ਫੜ ਲਓ। ਮੈਂ ਇਹ ਗਵਰਨਮੈਂਟ ਨੂੰ, ਸਰਕਾਰਾਂ ਤੋਂ ਡਿਮਾਂਡ ਕਰ ਰਿਹਾ ਕਿ ਤੁਸੀਂ ਉਸ ਬੰਦੇ ਦਾ ਹੱਥ ਫੜੋ, ਉਹਦੇ ਸਿਰ ਤੇ ਹੱਥ ਰੱਖੋ, ਉਹਦੀ ਫਾਈਨੈਂਸ਼ੀਅਲੀ ਹੈਲਪ ਕਰੋ, ਉਹਨੂੰ ਕਰਜ਼ੇ ਦੀ ਦਲਦਲ 'ਚੋਂ ਬਾਹਰ ਕੱਢ ਲਓ, ਤਾਂ ਕਿ ਉਹ ਆਪਣਾ ਪਲੇਟਫਾਰਮ ਜਿਹੜਾ ਬਣਾ ਚੁੱਕਾ ਹੈ, ਉਸ ਪਲੇਟਫਾਰਮ ਦੇ ਉੱਪਰ ਸਮਾਜ ਲਈ ਕੁਝ ਕਰਨਾ ਚਾਹੁੰਦਾ ਉਹ ਵੀ ਕਰ ਸਕੇ, ਪਲੱਸ ਆਪਣੀ ਫੈਮਿਲੀ ਨੂੰ ਪਾਲ ਸਕੇ। ਮੈਂ ਤਾਂ ਸਰਕਾਰ ਕੋਲੋਂ ਇਹ ਡਿਮਾਂਡ ਵੀ ਆਪਣੀ ਕਰੂੰਗਾ ਇਸ ਮੌਕੇ ਦੇ ਉੱਪਰ, ਤੁਹਾਡੇ ਇਸ ਮੰਚ ਦੇ ਉੱਪਰੋਂ, ਕਿ ਜੇ ਉਹ ਮੇਰੀ ਕੰਡੀਸ਼ਨ ਆ ਕੇ ਦੇਖ ਸਕਦੇ ਆ, ਰਿਐਲਿਟੀ ਦੇ ਵਿੱਚ ਦੇਖ ਸਕਦੇ ਆ ਕਿ ਜੇ ਮੈਂ ਇੱਕ ਐਜੂਕੇਸ਼ਨਲ ਇੰਸਟੀਚਿਊਟ ਨੂੰ ਚਲਾ ਰਿਹਾ, ਉਹਦੇ ਵਿੱਚ ਜਿਹੜੀ ਇਨਵੈਸਟਮੈਂਟ ਹੋਈ ਹੈ ਉਹ ਕਿੰਨਾ ਬੈਂਕਸ ਤੋਂ ਲਏ ਹੋਏ ਕਰਜ਼ੇ ਆ। ਪਿਛਲੇ 1.5 ਸਾਲ ਤੋਂ ਅਸੀਂ ਉਹਦੀ ਇੱਕ ਵੀ EMI ਨਹੀਂ ਪੇ ਕਰ ਪਾ ਰਹੇ, ਕਿਉਂਕਿ ਸਾਡਾ ਕੰਮ ਬੰਦ ਪਿਆ, ਉਹ ਸਾਡੇ ਕੋਲ ਕੋਈ ਸੋਰਸ ਆਫ ਇਨਕਮ ਹੋਰ ਹੈ ਨਹੀਂਗਾ। ਇਸ ਹਾਲਾਤਾਂ ਵਿੱਚ ਬੰਦਾ ਮਰੂਗਾ ਹੀ। ਮੇਰੇ ਕੋਲ ਇਸ ਵੇਲੇ ਮੈਨੂੰ ਲੱਗਦਾ ਇਹ ਇੱਕ ਹੋਰ ਮੌਕਾ ਇਹੋ ਜਿਹਾ ਬਣਿਆ ਹੋਇਆ ਇਸ ਵੇਲੇ ਲਾਈਫ ਦੇ ਵਿੱਚ ਕਿ ਮੈਂ ਖੁਦ ਨੂੰ ਖਤਮ ਕਰਕੇ ਬਾਅਦ ਵਿੱਚ ਮੇਰੇ ਬੱਚਿਆਂ ਨੂੰ ਮੁਆਵਜ਼ਾ ਮਿਲ ਜਾਵੇ, ਪਰ ਮੈਂ ਉਹ ਮੁਆਵਜ਼ਾ ਨਹੀਂ ਲੈਣਾ ਚਾਹੁੰਦਾ। ਮੈਂ ਇਹ ਚਾਹੁੰਦਾ ਕਿ ਜੇ ਗਵਰਨਮੈਂਟ ਮੈਨੂੰ ਇਸ ਮੌਕੇ 'ਤੇ ਸੰਭਾਲਦੀ ਆ, ਦੇਖਦੀ ਆ, ਤਾਂ ਮੈਂ ਵੀ ਸੁਸਾਇਟੀ ਲਈ ਕੁਛ ਚੰਗਾ ਕਰ ਸਕੂੰਗਾ। ਲਾਸਟ ਵਿੱਚ ਜਿਹੜਾ ਸਵਾਲ ਮੇਰਾ ਸਵਾਲ ਵੀ ਤੇ ਨਾਲ ਹੀ ਸਵਾਲ ਤੁਹਾਨੂੰ ਤੇ ਦਰਸ਼ਕਾਂ ਨੂੰ ਇੱਕ ਮੈਸੇਜ ਹੈ ਕਿ ਇਹਨਾਂ ਦੀ ਜਿਹੜੀ ਲਾਈਫ ਹੈ ਉਹਨਾਂ ਤੋਂ ਜ਼ਰੂਰ ਸਿੱਖੋ, ਕਿਉਂਕਿ ਉਹ ਹਾਲਾਤ ਜਦੋਂ ਬੰਦਾ ਟੁੱਟ ਜਾਂਦਾ ਆ ਪੂਰੀ ਤਰ੍ਹਾਂ, ਉਸ ਸਮੇਂ ਜੇਕਰ ਤੁਸੀਂ ਇਹਨਾਂ ਦੀ ਲਾਈਫ ਨੂੰ, ਮੈਨੂੰ ਲੱਗਦਾ ਕਿ ਜੇ ਇੱਕ ਵੀ ਘਟਨਾ ਦੀ ਲਾਈਫ ਦੀ ਯਾਦ ਕਰ ਲਓ ਤਾਂ ਮੈਨੂੰ ਲੱਗਦਾ ਕਿ ਆਪਣਾ ਜਿਹੜਾ ਉਹ ਮੋੜ ਆ ਜਿਹੜਾ, ਜਾਂ ਇੱਕ ਅੰਧੇਰੇ ਵੱਲ ਨੂੰ ਜਿਹੜਾ, ਹਨੇਰੇ ਵੱਲ ਨੂੰ ਜਿਹੜਾ ਜਾ ਰਿਹਾ ਉਹ ਇਹ ਚਾਨਣ ਵੱਲ ਨੂੰ ਜਿਹੜਾ ਮੁੜ ਜਾਣਾ ਹੈ ਕਿ ਨਹੀਂ ਯਾਰ ਉਸ ਬੰਦੇ ਨੇ ਵੀ ਇੰਨੀ ਵੱਡੀ ਔਕੜਾਂ ਵਿੱਚੋਂ ਨਿਕਲ ਕੇ ਹਾਲੇ ਤੱਕ ਜਿਹੜਾ ਸਰਵਾਈਵ ਕਰ ਰਿਹਾ, ਤੇ ਸਾਨੂੰ ਕੀ ਗੱਲ ਆ, ਕਿਉਂਕਿ ਜਿਹੜੀਆਂ ਔਕੜਾਂ ਆ ਉਹ ਪਹਿਲਾਂ ਜਿੱਦਾਂ ਗੱਲ ਕਿ ਇਹ ਦੁੱਖ ਸੁੱਖ ਆ ਜਿਹੜਾ ਉਹ ਸਿੱਕੇ ਦੇ ਦੋ ਪਾਸੇ ਆ, ਉਹ ਨਾਲ ਹੀ ਨਾਲ ਜਿਹੜੇ ਪੈਰਲਲ ਚੱਲੀ ਜਾਣੇ ਆ। ਸੋ ਲਾਸਟ ਵਿੱਚ ਇਹੀ ਕੰਚ ਟੀਵੀ ਵੱਲੋਂ ਤੁਹਾਡੀ ਜਿੰਦਾ ਦਿਲੀ ਨੂੰ ਸਲਾਮ, ਤੇ ਫੇਰ ਕਦੇ ਸਬੱਬ ਮਿਲੇ ਤਾਂ ਤੁਹਾਡੀ ਜਿਹੜੀ ਇੱਕ ਤੁਹਾਡੇ ਅੰਦਰ ਲੇਖਕ ਆ, ਲੇਖਕ ਵੀ ਕਾਫੀ ਉੱਚ ਪੱਧਰ ਦਾ ਕਿਤਾਬਾਂ ਵੀ ਆ ਚੁੱਕੀਆਂ ਤੇ ਕਾਫੀ ਵੱਡੇ ਲੈਵਲ ਦੀਆਂ ਆ, ਤੇ ਉਹ ਵੀ ਗੱਲ ਕਰਾਂਗੇ। ਕਦੇ ਸਬੱਬ ਮਿਲਿਆ ਤੁਹਾਨੂੰ ਨਾਲ ਉਸ ਬਾਰੇ ਵੀ ਆਪਾਂ ਗੱਲ ਕਰਾਂਗੇ। ਅੱਜ ਦੇ ਲਈ ਜਿਹੜਾ ਸਾਨੂੰ ਕੰਚ ਟੀਵੀ ਨੂੰ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਬੈਂਸ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਆ, ਤੇ ਕਾਂਚੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਵੀ ਬਹੁਤ ਧੰਨਵਾਦ, ਤੇ ਜਿਹੜੇ ਮੇਰੇ ਵਿਚਾਰ ਹੈਗੇ ਉਹ ਤੁਹਾਡੇ ਮੰਚ ਰਾਹੀਂ ਸਾਰਿਆਂ ਤੱਕ ਪਹੁੰਚਣਗੇ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸੋ ਦਰਸ਼ਕੋ, ਲਾਸਟ ਵਿੱਚ ਅਪੀਲ ਕਰਨੀ ਚਾਹੂੰਗਾ ਜਿੰਨੇ ਵੀ ਸਾਡੇ ਦੇਖਣ ਵਾਲੇ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ, ਕਿ ਜਿਹੜੇ ਅਜਿਹੇ ਲੋਕ ਆ ਆਪਣੇ ਸਮਾਜ ਲਈ, ਕਿਉਂਕਿ ਆਪਣੇ ਉਹ ਸਮਾਜ ਵਿੱਚੋਂ ਉੱਠ ਕੇ ਆਏ ਆ ਜਿਨ੍ਹਾਂ ਨੂੰ ਸਕੂਲ ਦੇ ਨੇੜੇ ਵੀ ਖੜਨ ਨਹੀਂ ਦਿੱਤਾ ਜਾਂਦਾ ਸੀਗਾ, ਸੋ ਅੱਜ ਹੋਰਾਂ ਲਈ ਜਿਹੜੇ ਪ੍ਰੇਰਨਾ ਸਰੋਤ ਬਣੇ ਨੇ, ਹੋਰਾਂ ਨੂੰ ਵਿੱਦਿਆ ਦੇ ਰਹੇ ਨੇ। ਸੋ ਸਾਡਾ ਵੀ ਫਰਜ਼ ਬਣਦਾ ਕਿ ਇਹਨਾਂ ਨੂੰ ਜਿੰਨੀ ਵੀ ਇਹਨਾਂ ਦੀ ਮਦਦ ਹੋ ਸਕੇ ਉਨੀ ਆਪਾਂ ਥੋੜ੍ਹੀ ਬਹੁਤੀ ਮਦਦ ਵੀ ਕਰੀਏ ਜਾਂ ਇਹਨਾਂ ਦੇ ਨਾਲ ਖੜੀਏ, ਕਿਉਂਕਿ ਜਦੋਂ ਕਹਿੰਦੇ ਹੁੰਦੇ ਕਿ ਸਹਾਰਾ ਕਿਸੇ ਦਾ ਮਿਲ ਜਾਂਦਾ ਤੇ ਉਹ ਜਿਹੜਾ ਬੰਦਾ ਹੈ ਉਹ ਬਹੁਤ ਦੂਰ ਤੱਕ ਚੱਲ ਜਾਂਦਾ ਆ। ਸੋ ਸਾਡਾ ਫਰਜ਼ ਸੀਗਾ ਇਹਨਾਂ ਦੀ ਜਿਹੜੀ ਜੀਵਨੀ ਆ ਜਾਂ ਇਹਨਾਂ ਨੇ ਜੋ ਦੁੱਖ ਹੰਢਾਇਆ ਆਪਣੀ ਲਾਈਫ ਵਿੱਚ ਉਹ ਤੁਹਾਡੇ ਤੱਕ ਲੈ ਕੇ ਆਉਣਾ। ਜਿਹੜਾ ਮੈਂ ਆਪਣਾ ਫਰਜ਼ ਜੇ ਆ ਜਾਂ ਸਾਡੀ ਜਿਹੜੀ ਕੰਚ ਟੀਵੀ ਦਾ ਫਰਜ਼ ਸੀਗਾ, ਇਹ ਸਾਡੇ ਸਮਾਜ ਵਿੱਚੋਂ ਉਹਨਾਂ ਨੂੰ ਜਿਹੜੇ ਚਾਨਣ ਮਨਾ ਰਹੇ ਆ ਉਹਨਾਂ ਨੂੰ ਅੱਗੇ ਲੈ ਕੇ ਆਉਣਾ, ਉਹ ਅਸੀਂ ਆਪਣਾ ਨਿਭਾ ਰਹੇ ਹਾਂ। ਤੇ ਅੱਗੇ ਤੁਸੀਂ ਵੀ ਇਹ ਜਿਹੜਾ ਕੋਸ਼ਿਸ਼ ਕਰਨੀ ਆ ਕਿ ਜਿਹੜੇ ਸਾਡੇ ਇੱਦਾਂ ਦੇ ਜਿਹੜੇ ਇਹ ਸਾਡੇ ਜਿਹੜੇ ਸਮਾਜ ਲਈ ਜਿਹੜੇ ਪ੍ਰੇਰਨਾ ਸਰੋਤ ਬਣ ਸਕਦੇ ਆ ਉਹਨਾਂ ਨੂੰ ਅੱਗੇ ਲੈ ਕੇ ਆਈਏ, ਉਹਨਾਂ ਦੀ ਮਦਦ ਕਰੀਏ ਅੱਗੇ ਆਉਣ ਵਿੱਚ, ਤੇ ਜੇ ਹੋ ਸਕੇ ਤਾਂ ਉਹਨਾਂ ਦਾ ਜਿਹੜਾ ਬੈਕ ਤੇ ਉਹਨਾਂ ਦੇ ਖੜ ਕੇ ਉਹਨਾਂ ਦਾ ਹੌਸਲਾ ਵਧਾਈਏ ਤੇ ਉਹਨਾਂ ਦਾ ਸਾਥ ਦਈਏ। ਸੋ ਮੈਨੂੰ SK ਬੈਂਸ ਅਤੇ ਕੈਮਰਾਮੈਨ ਮਨੀ ਨੂੰ ਦਿਓ ਇਜਾਜ਼ਤ। ਧੰਨਵਾਦ।